हेलो एवरीवन। वी आर लाइव अगेन। मैं काफ़ी देर बाद काफ़ी टाइम बाद लाइव हो रही ਹਾਂ। ਸੋ ਥੋੜੀ ਨਰਵਸ ਹਾਂ ਬਟ ਅੱਜ ਮੈਂ ਬਹੁਤ ਆਪਣੇ ਸਪੈਸ਼ਲ ਗੈਸਟ ਨੂੰ ਲੈ ਕੇ ਆਈ ਹਾਂ ਜਿਨ੍ਹਾਂ ਦਾ ਨਾਮ ਰਮਨ ਆ। ਉਹ ਇੱਕ ਵਾਈਫ ਆ, ਇੱਕ ਮੌਮ ਆ ਤੇ ਉਹ ਕਾਫੀ ਟਾਈਮ ਤੋਂ ਆਈ ਥਿੰਕ 1 ਈਅਰ ਤੋਂ ਜ਼ਿਆਦਾ ਹੋ ਗਿਆ ਉਹਨਾਂ ਨੂੰ ਕੰਮ ਕਰਦੇ ਆ ਔਰ ਮੈਂ ਇਹਨਾਂ ਨੂੰ ਕਾਫੀ ਸੁਣਦੀ ਰਹਿੰਦੀ ਆ ਔਰ ਕਾਫੀ ਇੰਸਪਾਇਰ ਆ ਇਹਨਾਂ ਤੋਂ ਕਿਉਂਕਿ ਇਹ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੇ ਆ। ਸੋ ਮੈਂ ਅੱਜ ਸੋਚਿਆ ਕਿ ਮੈਂ ਇਹਨਾਂ ਨਾਲ ਗੱਲਬਾਤ ਕਰਾਂ ਤੇ ਜਿਹੜੀਆਂ ਇਨਕੁਆਇਰੀਜ਼ ਆਉਂਦੀਆਂ ਆ ਮੇਰੀਆਂ ਤੇ ਉਹਨਾਂ ਦੇ ਜਿਹੜੇ ਨਾਰਮਲ ਕੁਐਸਚਨਸ ਹੁੰਦੇ ਆ ਉਹਨਾਂ ਬਾਰੇ ਇਹਨਾਂ ਤੋਂ ਇਨਫੋਰਮੇਸ਼ਨ ਲਵਾਂ ਕਿਉਂਕਿ ਇਹ ਵੈਲ ਐਕਸਪੀਰੀਅੰਸ ਆ, ਆਪਣੇ ਬਿਜ਼ਨਸ ਨੂੰ ਬਹੁਤ ਵਧੀਆ ਤਰੀਕੇ ਨਾਲ ਰਨ ਕਰ ਰਹੇ ਆ। ਸੋ ਜਿੱਦਾਂ ਇਹ ਐਕਸਪਲੇਨ ਕਰਦੇ ਆ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵੀ ਵਧੀਆ ਤਰ੍ਹਾਂ ਨਾਲ ਸਮਝ ਆ ਜਾਊਗੀ। ਸੋ ਪਹਿਲਾਂ ਇਹਨਾਂ ਨੂੰ ਵੈਲਕਮ ਕਰਦੇ ਆ। ਹੈਲੋ ਰਮਨ, ਹਾਊ ਆਰ ਸਤਿ ਯੂ? ਸ਼੍ਰੀ ਅਕਾਲ। ਬਸ ਵਧੀਆ, ਠੀਕ ਹੈ। ਸਤਿ ਸ਼੍ਰੀ ਅਕਾਲ ਮਨਜਿੰਦਰ ਜੀ, ਤੁਸੀਂ ਸੁਣਾਓ ਕਿੱਦਾਂ, ਕੀ ਹਾਲ ਚਾਲ ਨੇ? ਬਸ ਵਧੀਆ। ਸਭ ਤੋਂ ਪਹਿਲਾਂ ਆਪਣਾ ਇੰਟਰੋਡਕਸ਼ਨ ਦਿਓ। ਵੈਸੇ ਹਾਂਜੀ, ਤਾਂ ਸਭ ਤੋਂ ਮੋਸਟਲੀ ਪਹਿਲਾਂ ਲੋਕੀ ਆਪ ਨੂੰ ਜਾਣਦੇ ਆ ਨਾ, ਬਟ ਹਾਂਜੀ, ਫਿਰ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਮਨਜਿੰਦਰ ਜੀ, ਤੁਸੀਂ ਇੰਨੇ ਸੋਹਣੇ ਵਰਡਾਂ ਨਾਲ ਮੇਰੀ ਇੰਟਰੋਡਕਸ਼ਨ ਦਿੱਤੀ। ਕੰਮ ਕਰਾਉਣ ਵਾਲਾ ਤਾਂ ਕਿਉਂਕਿ ਪਰਮਾਤਮਾ ਹੁੰਦਾ। ਵੀ ਜਸਟ ਟਰਾਈ ਆਰ ਬੈਸਟ ਕਿ ਪਲੇਟਫਾਰਮ ਨੂੰ ਅੰਡਰਸਟੈਂਡ ਕਰੀਏ ਐਂਡ ਜਿੰਨਾ ਇਹ ਬਿਜ਼ਨਸ ਦੇ ਨਾਲ ਆਪਣੀ ਹੈਲਪ ਹੋ ਰਹੀ ਹੈ ਤੇ ਆਪਾਂ ਦੂਸਰਿਆਂ ਦੀ ਹੈਲਪ ਕਰ ਸਕੀਏ, ਰਾਈਟ? ਤਾਂ ਵਾਈ ਨਾਟ, ਰਾਈਟ? ਸੋ ਵੀ ਟਰਾਈਂਗ ਆਰ ਬੈਸਟ ਕਿ ਜਿੰਨੀ ਆਪਾਂ ਇਨਫੋਰਮੇਸ਼ਨ ਸਾਰਿਆਂ ਨੂੰ ਪ੍ਰੋਵਾਈਡ ਕਰ ਸਕਦੇ ਹਾਂ ਤੇ ਇਸ ਬਿਜ਼ਨਸ ਦੇ ਨਾਲ ਜੋੜ ਸਕਦੇ ਹਾਂ ਤਾਂ ਕਿ ਜਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਰਹਿ ਕੇ ਆਪਣੇ ਇੱਕ ਅਰਨਿੰਗ ਸੋਰਸ ਨੂੰ ਸੈੱਟ ਕਰ ਰਹੇ ਹਾਂ, ਰਾਈਟ? ਤਾਂ ਹੋਰ ਆਪਣੇ ਵਰਗੀਆਂ ਮਦਰਸ ਦੀ ਵੀ ਹੈਲਪ ਹੋ ਸਕੇ। ਸੋ ਫਸਟ ਆਫ ਆਲ ਮੈਂ ਥੋੜੀ ਆਪਣੀ ਇੰਟਰੋਡਕਸ਼ਨ ਦੇ ਦਾਂ ਕਿ ਮੇਰਾ ਨਾਮ ਰਮਨ ਧਾਲੀਵਾਲ ਹੈ। ਮੈਂ ਕੈਨੇਡਾ ਵਿੱਚ ਆਪਣੀ ਫੈਮਿਲੀ ਦੇ ਨਾਲ ਰਹਿ ਰਹੀ ਹਾਂ। I'm a mother of 3 beautiful daughters and full-time into this business. And from last 2 years ਇਸ business platform ਦੇ ਨਾਲ ਜੁੜੀ ਹੋਈ ਹਾਂ and ਰੱਬ ਦੀ ਮਿਹਰ ਦੇ ਨਾਲ business ਬਹੁਤ ਹੀ ਵਧੀਆ ਚੱਲ ਰਿਹਾ and ਬਹੁਤ ਕੁਝ learn ਕਰਨ ਨੂੰ ਮਿਲਿਆ ਇਸ business ਦੇ platform ਦੇ through and it's an amazing platform. ਰਮਨ, ਜਿੱਦਾਂ ਮੈਂ ਹੁਣ ਦੇਖ ਰਹੀ ਹਾਂ ਕਿ ਤੁਸੀਂ ਇੱਕ ਸੀਰੀਜ਼ ਸਟਾਰਟ ਕੀਤੀ ਆ ਮਨਪ੍ਰੀਤ ਦੇ ਨਾਲ, ਹਾਂਜੀ, ਤੋ ਮੈਂ ਉਹ ਵਾਚ ਕਰਦੀ ਹੁੰਨੀ ਆ। ਉਹ ਬਹੁਤ ਵਧੀਆ ਤਰ੍ਹਾਂ ਨਾਲ ਤੁਸੀਂ ਐਕਸਪਲੇਨ ਕਰਦੇ ਆ। ਸੋ ਹਾਂਜੀ, ਦੈਟਸ ਵਾਈ ਆਈ ਇੰਟਰੋਡਿਊਸ ਟੂ ਮਾਈ ਵਿਊਵਰਸ ਕਿ ਹਾਂਜੀ, ਤੁਸੀਂ ਵੀ ਉਹਨਾਂ ਕੁਐਸਚਨਸ ਦੇ ਆਨਸਰ ਦਿਓ ਜਿਹੜੇ ਕਿ ਨਾਰਮਲੀ ਲੋਕੀ ਆਪਾਂ ਨੂੰ ਬਾਰ-ਬਾਰ ਪੁੱਛਦੇ ਆ। ਆਪਾਂ ਐਕਸਪਲੇਨ ਵੀ ਕਰਦੇ ਆ ਹਾਂਜੀ। ਬਟ ਫਿਰ ਵੀ ਉਹਨਾਂ ਦੇ ਸੇਮ ਕੁਐਸਚਨਸ ਹੁੰਦੇ ਆ। ਹੂੰ। ਸੋ ਸਭ ਤੋਂ ਪਹਿਲਾਂ ਮੈਂ ਤੁਹਾਡਾ ਐਕਸਪੀਰੀਅੰਸ ਜਾਣਨਾ ਚਾਹੂੰਗੀ ਕਿ ਤੁਹਾਡਾ ਐਕਸਪੀਰੀਅੰਸ ਇਸ ਬਿਜ਼ਨਸ ਵਿੱਚ ਕੀ ਆ, ਦੈਨ ਵੀ ਸਟਾਰਟ। ਹਾਂਜੀ। yeah, for sure. Experience ਇਸ business ਦੇ ਵਿੱਚ ਜਿੱਦਾਂ ਮੈਂ already mention ਕੀਤਾ ਕਿ ਪਿਛਲੇ 2 ਸਾਲ ਤੋਂ ਇਸ business ਦੇ ਪਲੇਟਫਾਰਮ ਨਾਲ ਜੁੜੀ ਹੋਈ ਹਾਂ, ਰਾਈਟ? ਐਂਡ ਉਸ ਤੋਂ ਲੈ ਕੇ ਹੁਣ ਤੱਕ ਪਾਰਟ ਟਾਈਮ ਜੌਬ ਦੇ ਨਾਲ ਸ਼ੁਰੂ ਕੀਤਾ ਸੀ ਇਸ business ਦੇ ਪਲੇਟਫਾਰਮ ਨੂੰ ਇਨ ਦਾ ਬਿਗਿਨਿੰਗ। ਜਦੋਂ ਮੈਂ ਸ਼ੁਰੂ ਕੀਤਾ ਸੀ ਆਫਟਰ ਅ ਈਅਰ business ਦੇ ਵਿੱਚ I see the potential and then ਮੈਂ ਆਪਣਾ full time ਇਸ business ਨੂੰ ਲਿਆ, ਰਾਈਟ? ਐਂਡ ਤਦ ਤੋਂ ਲੈ ਕੇ ਅੱਜ ਤੱਕ ਅਮੇਜ਼ਿੰਗ ਬਿਜ਼ਨਸ ਜਰਨੀ ਰਹੀ ਹੈ। ਐਂਡ ਜਿਹੜਾ ਬਿਜ਼ਨਸ ਦਾ ਪਲੇਟਫਾਰਮ ਆ ਇਟਸ ਅਮੇਜ਼ਿੰਗ। ਇਨ ਦਾ ਬਿਗਿਨਿੰਗ ਮੇਰੇ ਵੀ ਬਹੁਤ ਸਾਰੇ ਡਾਊਟ ਸੀਗੇ ਜਦੋਂ ਬਿਜ਼ਨਸ ਦੇ ਪਲੇਟਫਾਰਮ ਦੇ ਵਿੱਚ ਆਏ। ਮਨ ਦੇ ਵਿੱਚ ਇਦਾਂ ਹੀ ਸੀ ਕਿ ਪਤਾ ਨਹੀਂ ਬਿਜ਼ਨਸ ਹੈਗਾ ਮੈਂ ਕਰ ਪਾਉਂਗੀ ਜਾਂ ਨਹੀਂ, ਬਿਕਾਜ਼ ਆਈ ਡੋਂਟ ਹੈਵ ਐਨੀ ਪ੍ਰਾਇਰ ਐਕਸਪੀਰੀਅੰਸ, ਰਾਈਟ? ਕਿ ਕਿਸ ਤਰ੍ਹਾਂ ਹੋਊਗਾ ਪਲੇਟਫਾਰਮ ਤੇ, ਨਾ ਹੀ ਕੋਈ ਇੰਨੀ ਟੈਕਨੀਕਲ ਨੌਲੇਜ ਸੀ ਕਿ ਕਿਸ ਤਰ੍ਹਾਂ ਬਿਜ਼ਨਸ ਨੂੰ ਕਰ ਪਾਵਾਂਗੇ। ਪਰ ਇਹ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਸਾਰਾ ਕੁਝ ਟ੍ਰੇਨਿੰਗ 'ਚ ਤੁਹਾਨੂੰ ਸਟੈਪ ਬਾਏ ਸਟੈਪ ਸਿਖਾਇਆ ਜਾਂਦਾ। ਆਈ ਥਿੰਕ ਬਹੁਤ ਸਾਰੀਆਂ ਮਦਰਸ ਨੇ ਜੋ ਆਪਣੇ ਵਰਗੀਆਂ ਇਸੇ ਹੀ ਚੀਜ਼ ਤੋਂ ਸਟੈਪ ਬੈਕ ਲੈ ਲੈਂਦੀਆਂ ਨੇ ਕਿ ਆਈ ਡੋਂਟ ਹੈਵ ਐਨੀ ਐਕਸਪੀਰੀਅੰਸ, ਸ਼ਾਇਦ ਮੈਂ ਨਹੀਂ ਕਰ ਪਾਉਂਗੀ, ਸ਼ਾਇਦ ਮੈਨੂੰ ਬਹੁਤ ਸਾਰਾ ਟਾਈਮ ਸਪੈਂਡ ਕਰਨਾ ਪਊਗਾ। ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਇਸ ਦੇ ਉੱਤੇ ਟੋਟਲੀ ਫਲੈਕਸੀਬਲ ਹੈਗਾ। ਐਂਡ ਅਗਰ ਬਿਜ਼ਨਸ ਜਰਨੀ ਨੂੰ ਦੇਖਿਆ ਜਾਵੇ ਤਾਂ ਤਦ ਤੋਂ ਲੈ ਕੇ ਹੁਣ ਤੱਕ ਬਹੁਤ ਹੀ ਵਧੀਆ ਚੱਲ ਰਿਹਾ। ਟੀਮ ਬਿਲਡ ਹੋ ਰਹੀ ਆ, ਆਪਣੀ ਟੀਮ ਨੂੰ ਐਵਰੀ ਸਿੰਗਲ ਡੇ ਟ੍ਰੇਨ ਕਰ ਰਹੇ ਆ ਤੇ ਜੋ ਚੀਜ਼ਾਂ ਇਸ ਬਿਜ਼ਨਸ ਦੇ ਪਲੇਟਫਾਰਮ ਦੇ ਵਿੱਚ ਆ ਕੇ ਲਰਨ ਕੀਤੀਆਂ ਨੇ, ਆਈ ਡੋਂਟ ਥਿੰਕ ਸੋ ਉਹ ਮੈਂ ਕਿਤੇ ਹੋਰ ਲਰਨ ਕਰ ਸਕਦੀ ਸੀਗੀ। ਮੋਸਟਲੀ ਆਪਣੀਆਂ ਜੋ ਲੇਡੀਜ਼ ਇਸ ਬਿਜ਼ਨਸ ਨੂੰ ਜੁਆਇਨ ਕਰਦੀਆਂ ਸਟਾਰਟਿੰਗ ਵਿੱਚ, ਜਿੱਦਾਂ ਮੈਂ ਵੀ ਆਪਣੇ ਆਪ ਨੂੰ ਦੇਖਾਂ ਤੇ ਮੈਂ ਵੀ ਜਿੱਦਾਂ ਬਿਜ਼ਨਸ ਪੇਜ ਨਾਂ ਦੀ ਕੋਈ ਚੀਜ਼ ਆ ਉਹ ਮੈਨੂੰ ਪਤਾ ਨਹੀਂ ਸੀ। ਮੈਨੂੰ ਹਾਂਜੀ, ਕੈਨਵਾ ਦਾ ਪਤਾ ਨਹੀਂ ਸੀ ਕਿਉਂਕਿ ਫੇਸਬੁੱਕ ਤੇ ਆਪਾਂ ਲੋਕਾਂ ਦੀਆਂ ਪੋਸਟ ਦੇਖਦੇ ਆ, ਮੈਂ ਵੀ ਦੇਖਦੀ ਸੀ, ਮੈਂ ਜ਼ਿਆਦਾ ਸ਼ੇਅਰ ਨਹੀਂ ਸੀ ਕਰਦੀ। ਬਟ ਹਾਂਜੀ, ਉਹੀ ਸਾਰੀ ਟੈਕਨੀਕਲ ਨੌਲੇਜ ਮੈਨੂੰ ਇਸ ਬਿਜ਼ਨਸ ਥਰੂ ਆਈ ਆ। ਸੋ ਹਾਂਜੀ, ਜੋ ਕੌਨਫੀਡੈਂਸ ਲੈਵਲ ਜੋ ਮੇਰਾ ਪਹਿਲੇ ਲਾਈਵ ਦੇਖੋਗੇ ਤਾਂ ਉਹਦੇ ਦੇ ਮੁਕਾਬਲੇ ਹੁਣ ਮੇਰੇ ਵਿੱਚ ਕਾਫੀ
ਇੰਪਰੂਵ ਹੋਇਆ ਆ, ਮੈਂ ਇੰਪਰੂਵ ਕੀਤਾ ਹੈ, ਮੈਂ ਆਪਣੇ ਕੌਨਫੀਡੈਂਸ ਲੈਵਲ ਜਾਣੀ ਕਿ ਜ਼ੋਨ ਤੋਂ ਕਾਫੀ ਬਾਹਰ ਆਈ ਹਾਂ। ਸੋ ਮੋਸਟਲੀ ਲੇਡੀਜ਼ ਇਹੀ ਕਹਿੰਦੀਆਂ ਆ ਕਿ ਸਾਨੂੰ ਐਕਸਪੀਰੀਅੰਸ ਨਹੀਂਗਾ, ਸਾਨੂੰ ਪਤਾ ਨਹੀਂਗਾ ਅਸੀਂ ਕਰ ਸਕਾਂਗੀਆਂ ਕਿ ਨਹੀਂ ਕਰ ਸਕਾਂਗੀਆਂ। ਸੋ ਉਹਨਾਂ ਦਾ ਇਹੀ ਡਰ ਹੁੰਦਾ ਆ, ਡਾਊਟਸ ਹੁੰਦੇ ਆ। ਤੇ ਫਸਟ ਆਫ ਆਲ ਤੇ ਉਹ ਰਜਿਸਟ੍ਰੇਸ਼ਨ ਕਰਾਉਣ ਤੋਂ ਹੀ ਡਰਦੀਆਂ ਆ। ਸੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਰਜਿਸਟ੍ਰੇਸ਼ਨ ਕਰਾਉਣਾ ਕਿਉਂ ਇੰਪੋਰਟੈਂਟ ਹੈਗਾ ਆ? ਕਿਉਂ ਰਜਿਸਟ੍ਰੇਸ਼ਨ ਕਰਾਉਣ ਤੋਂ ਪਹਿਲਾਂ ਆਪਾਂ ਸਾਰੀ ਇਨਫੋਰਮੇਸ਼ਨ ਨਹੀਂ ਦਿੰਦੇ? ਹਾਂਜੀ, ਦੇਖੋ ਰਜਿਸਟ੍ਰੇਸ਼ਨ ਕਰਨਾ ਇਸ ਵੈਰੀ ਇੰਪੋਰਟੈਂਟ ਸਟੈਪ, ਕਿਉਂਕਿ ਜਦੋਂ ਤੁਸੀਂ ਤੁਸੀਂ ਸਾਨੂੰ ਆਪਣਾ ਨੇਮ ਐਂਡ ਈਮੇਲ ਪ੍ਰੋਵਾਈਡ ਕਰਦੇ ਹੋ, ਅਸੀਂ ਉਸ ਤੁਹਾਡੇ ਨੇਮ ਐਂਡ ਈਮੇਲ ਨੂੰ ਤੁਹਾਨੂੰ ਆਪਣੀ ਵੈਬਸਾਈਟ ਦੇ ਉੱਤੇ ਰਜਿਸਟਰ ਕਰਨ ਲਈ ਯੂਜ਼ ਕਰਦੇ ਹਾਂ, ਨਾਟ ਫॉर ਐਨੀਥਿੰਗ ਐਲਸ, ਰਾਈਟ? ਉਸ ਦੇ ਨਾਲ ਕੀ ਹੁੰਦਾ, ਸਾਡੇ ਸਿਸਟਮ ਦੇ ਵਿੱਚ ਤੁਸੀਂ ਇੱਕ ਐਂਟਰੀ ਕਰਦੇ ਹੋ ਸਾਡੇ ਸਿਸਟਮ ਦੇ ਵਿੱਚ, ਜੋ ਕਿਉਂਕਿ ਹੁਣ ਦੇਖੋ ਅਗਰ ਅੱਜ ਤੁਸੀਂ ਯੂ ਆਰ ਨਾਟ ਪ੍ਰੋਵਾਈਡਿੰਗ ਅਸ ਨੇਮ ਐਂਡ ਈਮੇਲ ਐਂਡ ਅਸੀਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਾਂਗੇ, ਦੈਨ ਬਿਕਾਜ਼ ਹਰ ਇੱਕ ਸਟੈਪ ਨੂੰ ਫੋਲੋ ਕਰਨਾ ਪੈਂਦਾ। ਸੋ ਅਗਰ ਤੁਸੀਂ ਕਿਸੇ ਸਟੋਰ 'ਚ ਜਾਂਦੇ ਹੋ, ਤੁਸੀਂ ਕਹੋਗੇ ਮੈਂ ਪੇ ਨਹੀਂ ਕਰਨਾ, ਬਟ ਆਈ ਨੀਡ ਟੂ ਬਾਈ ਸਮਥਿੰਗ, ਬਟ ਆਈ ਡੋਂਟ ਵਾਂਟ ਟੂ ਪੇ, ਆਈ ਡੋਂਟ ਵਾਂਟ ਟੂ ਯੂਜ਼ ਮਾਈ ਕ੍ਰੈਡਿਟ ਕਾਰਡ, ਰਾਈਟ? ਨੋਬਡੀ ਗੋਨਾ ਗਿਵ ਯੂ ਐਨੀਥਿੰਗ, ਰਾਈਟ? ਸੋ ਤੁਸੀਂ ਉਸ ਚੀਜ਼ ਨੂੰ ਟੈਗ, ਜੋ ਵੀ ਉਸ ਤੇ ਪ੍ਰਾਈਸ ਟੈਗ ਆ, ਉਸਨੂੰ ਸਕੈਨ ਕਰਦੇ ਹੋ, ਦੈਨ ਤੁਸੀਂ ਪੇ ਕਰਦੇ ਹੋ, ਰਾਈਟ? ਸੋ ਸੇਮ ਥਿੰਗ ਇਸੇ ਤਰ੍ਹਾਂ ਇਸ ਬਿਜ਼ਨਸ ਦੇ ਵਿੱਚ ਜਦੋਂ ਤੁਸੀਂ ਆਪਣਾ ਨੇਮ ਐਂਡ ਈਮੇਲ ਪ੍ਰੋਵਾਈਡ ਕਰਦੇ ਹੋ, ਤੁਹਾਡੀ ਇੱਕ ਸਿਸਟਮ ਦੇ ਵਿੱਚ ਐਂਟਰੀ ਹੁੰਦੀ ਹੈ, ਰਾਈਟ? ਸਿਸਟਮ ਨੂੰ ਪਤਾ ਲੱਗਦਾ ਕਿ ਓਕੇ ਦਿਸ ਇਜ਼ ਦਾ ਪਰਸਨ। ਅਗਰ ਤੁਸੀਂ ਮਨਜਿੰਦਰ ਨੂੰ ਫੋਲੋ ਕਰਦੇ, ਤੁਸੀਂ ਮਨਜਿੰਦਰ ਦੀ ਵੈਬਸਾਈਟ ਤੇ ਰਜਿਸਟਰ ਹੋਗੇ, ਤੁਸੀਂ ਮੈਨੂੰ ਫੋਲੋ ਕਰਦੇ ਮੇਰੀ ਵੈਬਸਾਈਟ ਤੇ ਰਜਿਸਟਰ ਹੋਵੋਗੇ, ਰਾਈਟ? ਤਾਂ ਸਿਸਟਮ ਨੂੰ ਪਤਾ ਲੱਗਦਾ ਕਿ ਓਕੇ ਜਿਹੜਾ ਪਰਸਨ ਹੈਗਾ ਇਸਨੇ ਰਮਨ ਦੇ ਨਾਲ ਗੱਲਬਾਤ ਕੀਤੀ ਹੈ ਜਾਂ ਇਸਨੇ ਮਨਜਿੰਦਰ ਦੇ ਨਾਲ ਗੱਲਬਾਤ ਕੀਤੀ ਹੈ, ਦੈਨ ਤੁਹਾਡਾ ਉਹ ਡਾਟਾ ਐਂਟਰ ਹੁੰਦਾ ਹੈਗਾ। ਦੈਨ ਵੀ ਪ੍ਰੋਵਾਈਡ ਯੂ ਦਾ ਨੈਕਸਟ ਸਟੈਪ, ਜਿਹਦੇ ਵਿੱਚ ਤੁਹਾਨੂੰ ਅਸੀਂ ਆਲਵੇਜ਼ ਕਹਿੰਦੇ ਕਿ ਤੁਹਾਨੂੰ ਇੱਕ 90 ਮਿੰਟ ਦਾ ਵੈਬੀਨਾਰ ਮਿਲਦਾ ਹੈਗਾ, ਜਿਸ ਨੂੰ ਤੁਸੀਂ ਵਾਚ ਕਰਦੇ ਹੋ, ਜਿਸ ਦੇ ਵਿੱਚ 25% ਬਿਜ਼ਨਸ ਦਾ ਇਨਫੋਰਮੇਸ਼ਨ ਹੁੰਦੀ ਹੈਗੀ ਹੈ। ਐਂਡ ਦ ਨੈਕਸਟ ਤੁਹਾਡੇ ਕੋਲ ਟੈਸਟੀਮੋਨੀਅਲਸ ਆਉਂਦੇ ਆ, ਜਿਸ ਦੇ ਵਿੱਚ ਬਹੁਤ ਸਾਰੇ ਟੈਸਟੀਮੋਨੀਅਲ ਮੇ ਬੀ ਤੁਹਾਡੇ ਨਾਲ ਰਿਲੇਟ ਕਰਦੇ ਹੋਣਗੇ ਕਿਸੇ ਨਾ ਕਿਸੇ ਦੀ ਸਟੋਰੀ, ਰਾਈਟ? ਕਿ ਕਿਸ ਤਰ੍ਹਾਂ ਉਹਨਾਂ ਨੇ ਬਿਜ਼ਨਸ ਨੂੰ ਜੁਆਇਨ ਕੀਤਾ ਐਂਡ ਕਿਸ ਤਰ੍ਹਾਂ ਹੁਣ ਉਹਨਾਂ ਦੀ ਲਾਈਫ ਚੇਂਜ ਹੋ ਰਹੀ ਹੈ, ਰਾਈਟ? ਆਫਟਰ ਦੈਟ there's a next step to follow the process, ਕਿਉਂਕਿ ਹਰ ਇੱਕ ਸਿਸਟਮ ਨੂੰ ਫੋਲੋ ਕਰਨ ਦੇ ਲਈ ਉਹਨਾਂ ਦੀਆਂ ਸਟੈਪਸ ਹੁੰਦੀਆਂ ਨੇ ਐਂਡ ਉਹਨਾਂ ਸਟੈਪਸ ਦੇ ਨਾਲ ਰਹਿ ਕੇ ਹੀ ਚੱਲਣਾ ਪੈਂਦਾ ਹੈਗਾ। ਹੁਣ ਜੇ ਤੁਸੀਂ ਕਹੋ ਕਿ ਅਸੀਂ ਫੋਨ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਈਏ, ਇਟਸ ਵੈਰੀ ਹਾਰਡ, ਕਿਉਂਕਿ ਜਿੰਨਾ ਟਾਈਮ ਤੁਸੀਂ ਆਪਣੇ ਆਪ ਵੈਬੀਨਾਰ ਨੂੰ ਵਾਚ ਨਹੀਂ ਕਰਦੇ, ਰਾਈਟ, ਜਾਂ ਵੀਡੀਓਜ਼ ਨੂੰ ਨਹੀਂ ਦੇਖਦੇ ਹੈਗੇ, ਤੁਹਾਨੂੰ ਨਹੀਂ ਸਮਝ ਆਉਣੀ, ਚਾਹੇ ਅਸੀਂ ਜਿੰਨਾ ਮਰਜ਼ੀ ਥੋਰਲੀ ਐਕਸਪਲੇਨ ਕਰ ਦਈਏ ਔਨ ਦਾ ਫੋਨ। ਕਿਉਂਕਿ ਜਿੰਨਾ ਟਾਈਮ ਹੁਣ ਜਿਵੇਂ ਕਿੰਡਰਗਾਰਟਨ ਦਾ ਬੱਚਾ, ਜੇ ਆਪਾਂ ਉਹਨੂੰ ਗ੍ਰੇਡ 1 ਦਾ ਸਾਰਾ ਪਹਿਲਾਂ ਹੀ ਸਮਝਾਉਣ ਲੱਗ ਜਾਈਏ, ਹੀ ਨਾਟ ਗੋਨਾ ਅੰਡਰਸਟੈਂਡ ਬਿਕਾਜ਼ ਉਸਨੇ ਹਜੇ ABC ਨੂੰ ਲਰਨ ਹੀ ਨਹੀਂ ਕੀਤਾ, ਰਾਈਟ? ਸੋ ਸੇਮ ਚੀਜ਼ ਇਸ ਬਿਜ਼ਨਸ ਦੇ ਵਿੱਚ, ਅਗਰ ਤੁਸੀਂ ਵੀਡੀਓਜ਼ ਨੂੰ ਵਾਚ ਨਹੀਂ ਕਰੋਗੇ, ਤੁਹਾਨੂੰ ਤੁਸੀਂ ਵੈਬੀਨਾਰ ਨੂੰ ਨਹੀਂ ਦੇਖੋਗੇ, ਤੁਸੀਂ ਨੈਕਸਟ ਸਟੈਪਸ ਨਹੀਂ ਲਵੋਗੇ, ਯੂ ਨਾਟ ਗੋਨਾ ਫਿਗਰ ਇਟ ਆਊਟ ਕਿ ਬਿਜ਼ਨਸ ਹੈ ਕੀ, ਵਰਕ ਕਿਵੇਂ ਕਰਦਾ ਹੈਗਾ, ਰਾਈਟ? ਸੋ ਹਰ ਇੱਕ ਸਟੈਪ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ ਐਂਡ ਤੁਹਾਡੇ ਨੇਮ ਐਂਡ ਈਮੇਲ ਦੇ ਨਾਲ ਕੁਝ ਨਹੀਂ ਹੋਣ ਲੱਗਿਆ। ਜੋ ਤੁਸੀਂ ਸਿਸਟਮ 'ਚ ਆਉਂਦੇ ਹੋ, ਤੁਹਾਡੇ ਕੋਲ ਇੱਕ ਬਕਾਇਦਾ ਰਾਈਟ ਵੈਬੀਨਾਰ ਦੀ ਇਨਫੋਰਮੇਸ਼ਨ ਆਉਂਦੀ ਹੈ, ਉਸਨੂੰ ਵਾਚ ਕਰੋ, ਰਾਈਟ? ਆਪਣਾ ਟਾਈਮ ਕੱਢੋ, ਵਾਚ ਕਰੋ ਐਂਡ ਦੈਨ ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਗੱਲਬਾਤ ਕਰੋ, ਕਿਉਂਕਿ ਜੋ ਵੀ ਅਸੀਂ ਚੀਜ਼ ਤੁਹਾਨੂੰ ਉਸ ਤੋਂ ਬਾਅਦ ਐਕਸਪਲੇਨ ਕਰਾਂਗੇ, ਤੁਹਾਡੇ ਲਈ ਵੀ ਈਜ਼ੀ ਹੋਊਗਾ ਅੰਡਰਸਟੈਂਡ ਕਰਨਾ ਐਂਡ ਸਾਡੇ ਲਈ ਵੀ ਈਜ਼ੀ ਹੋਊਗਾ ਉਸ ਚੀਜ਼ ਨੂੰ ਐਕਸਪਲੇਨ ਕਰਨਾ। ਵੈਸੇ ਵੀ ਜਿੱਦਾਂ ਆਪਾਂ ਈਮੇਲ, ਜਿੱਦਾਂ ਸ਼ਾਪਿੰਗ ਕਰਨ ਵੀ ਜਾਈਦਾ ਤਾਂ ਉੱਥੇ ਆਪਾਂ ਈਮੇਲ ਦੇਈਦੀ ਆ, ਕਿਉਂਕਿ ਉਹਦੇ ਵਿੱਚ ਆਪਾਂ ਨੂੰ ਪ੍ਰਾਈਸ ਲੈਸ ਹੁੰਦਾ ਆ। ਸੋ ਇਦਾਂ ਦਾ ਅੱਜ ਕੱਲ ਨਾਰਮਲ ਆ, ਇਦਾਂ ਦੇ ਮਤਲਬ ਈਮੇਲ। ਜੇ ਤੁਹਾਨੂੰ ਫੇਰ ਵੀ ਡਾਊਟ ਆ ਤੇ ਮੈਂ ਤਾਂ ਸੁਜੈਸਟ ਕਰੂੰਗੀ ਕਿ ਤੁਸੀਂ ਨਿਊ ਈਮੇਲ ਕ੍ਰੀਏਟ ਕਰ ਲਓ ਤੇ ਉਹ ਈਮੇਲ ਨਾਲ ਆਪਣੀ ਰਜਿਸਟ੍ਰੇਸ਼ਨ ਕਰਵਾ ਦਿਓ। ਸੋ ਇਟਸ ਈਜ਼ੀ ਕਿ ਤੁਸੀਂ ਇਹ ਨਹੀਂ ਗਾ ਵੀ ਉਹ ਵਾਲੀ ਈਮੇਲ ਨਹੀਂ ਦੇਣੀ ਜਿਹੜੀ ਤੁਸੀਂ ਪਹਿਲਾਂ ਹੀ ਯੂਜ਼ ਕਰਦੇ, ਤੁਸੀਂ ਨਿਊ ਕ੍ਰੀਏਟ ਕਰ ਲਓ, ਉਹ ਦੇ ਦਿਓ। ਸੋ ਮੋਸਟਲੀ ਐਂਡ ਇੱਕ ਹੋਰ ਕੁਐਸਚਨ ਹੁੰਦਾ ਆ ਕਿ ਮੋਸਟਲੀ ਜਿੱਦਾਂ ਲੋਕੀ ਇੱਥੇ ਯੂਰਪੀਅਨ ਕੰਟਰੀਜ਼ ਵਿੱਚ, ਜਿੱਦਾਂ ਸਾਡੀ ਲੈਂਗੁਏਜ ਤਾਂ ਆਪਾਂ ਬੋਲ ਲੈਂਦੇ ਹਾਂ, ਬਟ ਮੋਸਟਲੀ ਲੋਕੀ ਜਿੱਦਾਂ ਇੰਗਲਿਸ਼, ਹੁਣ ਮੈਂ ਵੀ 20 ਸਾਲ ਹੋ ਗਏ ਆ, ਮੈਨੂੰ ਵੀ ਕਾਫੀ ਭੁੱਲ ਚੁੱਕੀ ਆ, ਮਤਲਬ ਉਹ ਯੂਜ਼ ਟੂ ਨਹੀਂ ਰਹੀ ਮੈਂ ਬੋਲਣ ਦੇ। ਤੇ ਲੋਕੀ ਕਹਿ ਦਿੰਦੇ ਆ ਕਿ ਆਪਾਂ ਇੰਗਲਿਸ਼ ਨਹੀਂ ਚੰਗੀ ਤਰ੍ਹਾਂ ਸਮਝ ਪਾਉਂਦੇ, ਕਿਉਂਕਿ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਹੋਇਆਂ ਤੇ ਪ੍ਰੋਬਲਮ ਆਉਂਦੀ ਆ। ਤੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਕਿ ਲੈਂਗੁਏਜ ਦਾ ਕੀ ਪ੍ਰੋਬਲਮ ਹੈ ਇੱਥੇ, ਕੀ ਇਸ਼ੂ ਹੈਗਾ? ਮਤਲਬ ਤੁਹਾਨੂੰ ਸਿਰਫ ਇੰਗਲਿਸ਼ ਵਿੱਚ ਹੀ ਇਹ ਬਿਜ਼ਨਸ ਕਰਨਾ ਜ਼ਰੂਰੀ ਆ? ਦੇਖੋ, ਜਿਹੜੀ ਆਪਣੀ ਟ੍ਰੇਨਿੰਗ ਹੈਗੀ ਹੈ ਦੈਟਸ ਔਨ ਦਾ ਬੇਸਿਕ ਇੰਗਲਿਸ਼, ਰਾਈਟ? ਸੋ ਅਗਰ ਤੁਸੀਂ ਬੇਸਿਕ ਇੰਗਲਿਸ਼ ਨੂੰ ਅੰਡਰਸਟੈਂਡ ਕਰਦੇ ਹੋ, ਅੰਡਰਸਟੈਂਡ, ਆਈ ਥਿੰਕ ਜਦੋਂ ਆਪਾਂ ਇਸ ਕੰਟਰੀ 'ਚ ਆਉਂਦੇ ਹਾਂ ਜਾਂ ਬੇਸਿਕ ਇੰਗਲਿਸ਼ ਹਰ ਇੱਕ ਨੂੰ ਆਉਂਦੀ ਹੁੰਦੀ ਹੈ, ਰਾਈਟ? ਸੋ ਜਿਹੜੀ ਟ੍ਰੇਨਿੰਗ ਹੈਗੀ ਆ ਉਹ ਬੇਸਿਕ ਇੰਗਲਿਸ਼ ਦੇ ਵਿੱਚ ਪਰ ਵੀਡੀਓ ਬੇਸਡ ਟ੍ਰੇਨਿੰਗ ਹੈਗੀ ਹੈ। ਸੋ ਅਗਰ ਤੁਸੀਂ ਟ੍ਰੇਨਿੰਗ ਨੂੰ ਮਿਊਟ ਕਰਕੇ ਵੀ ਦੇਖਦੇ ਹੈਗੇ ਹੋ ਨਾ, ਤੁਹਾਨੂੰ ਸਾਰਾ ਕੁਝ ਸਮਝ ਆਉਂਦਾ ਹੈਗਾ, ਕਿਉਂਕਿ ਸਕਰੀਨ ਦੇ ਉੱਤੇ ਹਰ ਇੱਕ ਚੀਜ਼ ਸ਼ੋ ਹੋ ਰਹੀ ਹੁੰਦੀ ਹੈ। ਬਾਕੀ ਜੋ ਤੁਹਾਨੂੰ ਮੈਂਟਰ ਐਂਡ ਕੋਚ ਮਿਲਦੇ ਆ, ਉਹ ਇਸੇ ਕਰਕੇ ਮਿਲਦੇ ਆ ਤਾਂ ਕਿ ਤੁਹਾਨੂੰ ਆਪਣੀ ਲੈਂਗੁਏਜ ਦੇ ਵਿੱਚ ਤੁਹਾਡੀ ਹੈਲਪ ਕਰ ਸਕਣ, ਰਾਈਟ? ਸੋ ਲੈਂਗੁਏਜ ਬੈਰੀਅਰ ਇਸ ਬਿਜ਼ਨਸ ਦੇ ਲਈ ਨਹੀਂ ਹੈਗਾ।
ਅਗਰ ਤੁਸੀਂ ਜਿਹੜੀ ਸਾਡੀ ਟ੍ਰੇਨਿੰਗ ਹੈਗੀ ਆ ਡਿਫਰੈਂਟ ਲੈਂਗੁਏਜ ਦੇ ਵਿੱਚ ਕਨਵਰਟ ਹੋ ਜਾਂਦੀ ਹੈ, ਸੋ ਥੱਲੇ ਸਬਟਾਈਟਲ ਤੁਹਾਡੀ ਜੋ ਵੀ ਲੈਂਗੁਏਜ ਤੁਸੀਂ ਬੋਲਦੇ ਹੋ ਉਸ ਦੇ ਵਿੱਚ ਚੱਲਣ ਲੱਗ ਜਾਂਦੇ ਆ ਐਂਡ ਤੁਸੀਂ ਆਰਾਮ ਦੇ ਨਾਲ ਟ੍ਰੇਨਿੰਗ ਨੂੰ ਅੰਡਰਸਟੈਂਡ ਕਰ ਸਕਦੇ ਹੋ। ਸੋ ਇਦਾਂ ਦਾ ਇਹ ਘਬਰਾਉਣ ਵਾਲੀ ਗੱਲ ਨਹੀਂ ਹੈਗੀ, ਤੇ ਨਾ ਹੀ ਕੋਈ ਇਹ ਲੈਂਗੁਏਜ ਬੈਰੀਅਰ ਦੀ ਹੈਗਾ ਕਿ ਅਗਰ ਮੈਨੂੰ ਹਾਈ ਫਾਈ ਇੰਗਲਿਸ਼ ਨਹੀਂ ਆਉਂਦੀ ਹੈਗੀ ਤਾਂ ਮੈਂ ਬਿਜ਼ਨਸ ਨੂੰ ਕਰ ਨਹੀਂ ਸਕਦੀ। ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਤੁਹਾਨੂੰ ਸਾਰਾ ਕੁਝ ਸਟੈਪ ਬਾਏ ਸਟੈਪ ਸਿਖਾਇਆ ਜਾਊਗਾ। ਤੁਹਾਡੇ ਜੋ ਮੈਂਟਰਸ ਨੇ ਉਹ ਤੁਹਾਡੀ ਖੁਦ ਦੀ ਭਾਸ਼ਾ ਬੋਲਣ ਵਾਲੇ ਨੇ, ਰਾਈਟ। ਸੋ ਜਦੋਂ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋਗੇ, ਵਾਟ ਐਵਰ ਦ ਐਕਸਪੀਰੀਅੰਸ ਦੇ ਹੈਵ ਐਂਡ ਜੋ ਚੀਜ਼ਾਂ ਉਹਨਾਂ ਨੇ ਲਰਨ ਕੀਤੀਆਂ ਨੇ ਉਹ ਤੁਹਾਡੇ ਨਾਲ ਬੈਠਣਗੇ, ਟਾਈਮ ਦੇਣਗੇ ਤੁਹਾਨੂੰ, ਮੇਬੀ 30 ਮਿੰਟ ਅ ਡੇ ਬੈਠੋ ਉਹਨਾਂ ਦੇ ਨਾਲ, ਰਾਈਟ। ਦੈਨ ਦੇ ਵਿਲ ਹੈਲਪ ਯੂ ਟੂ ਸੈਟ ਅਪ ਦ ਸਟਫ। ਜਿੱਦਾਂ ਇਦਾਂ ਆ ਵੀ ਜਦੋਂ ਆਪਾਂ ਲਰਨ ਕਰਦੇ ਆ ਕੋਈ ਵੀ ਚੀਜ਼, ਉਹ ਆਪਾਂ ਨੂੰ ਹੌਲੀ ਹੌਲੀ ਆਪਾਂ ਯੂਜ਼ ਟੂ ਹੋ ਜਾਂਦੇ, ਆਪਾਂ ਸਟਾਰਟ ਕਰ ਦਿੰਦੇ ਆ ਉਹ ਸਿੱਖਣਾ ਸਮਝਣਾ। ਵੈਸੇ ਵੀ ਬੇਸਿਕਲੀ ਲੋਕੀ ਪੜ੍ਹ ਲਿਖ ਲੈਂਦੇ ਆ ਇੰਗਲਿਸ਼, ਤੇ ਸੋ ਇਦਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਇੱਕ ਹੋਰ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਜਿੱਦਾਂ ਮੋਸਟਲੀ ਜਿੱਦਾਂ ਮੇਰੇ ਨਾਲ ਕਾਫੀ ਇਦਾਂ ਦੀਆਂ ਮੇਰੀ ਲੀਡਸ ਹੈਗੀਆਂ ਜੋ ਸੋਸ਼ਲ ਮੀਡੀਆ ਜਿਹੜਾ ਆਪਣਾ ਗਰੁੱਪ ਆ, ਫੇਸਬੁੱਕ ਗਰੁੱਪ, ਉਹਦੇ ਵਿੱਚ ਐਡ ਹੋਣ ਤੋਂ ਡਰਦੇ ਆ ਲੋਕੀ। ਸੋ ਉਹਦੇ ਬਾਰੇ ਐਕਸਪਲੇਨ ਕਰਿਓ ਪਲੀਜ਼। ਸੋ ਦੇਖੋ, ਡਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਕਿਉਂਕਿ ਜੋ ਸਾਡਾ ਪ੍ਰਾਈਵੇਟ ਫੇਸਬੁੱਕ ਗਰੁੱਪ ਹੈਗਾ, ਰਾਈਟ, ਉਹਦੇ ਵਿੱਚ ਤਾਂ ਅਸੀਂ ਤੁਹਾਨੂੰ ਐਡ ਇਸੇ ਲਈ ਕਰਨਾ ਚਾਹੁੰਦੇ ਨੇ ਤਾਂ ਕਿ ਤੁਸੀਂ ਸਾਡੀ ਜਰਨੀ ਦੇਖ ਸਕੋ ਕਿ ਬਿਜ਼ਨਸ ਦੀ ਜਰਨੀ ਹੈ ਕੀ, ਅਰਨਿੰਗ ਪੋਟੈਂਸ਼ੀਅਲ ਕੀ ਹੈਗੀ ਆ, ਐਂਡ ਕਿਸ ਤਰ੍ਹਾਂ ਇਹ ਬਿਜ਼ਨਸ ਦੇ ਵਿੱਚ ਡਿਫਰੈਂਟ ਕਮਿਊਨਿਟੀ ਤੋਂ ਲੋਕ ਜੁੜੇ ਹੋਏ ਹਨ, ਰਾਈਟ, ਐਂਡ ਟੈਸਟੀਮੋਨੀਅਲਸ ਸੁਣਦੇ ਹੋ। ਸੋ ਘਬਰਾਉਣ ਦੀ ਗੱਲ ਨਹੀਂ ਹੈਗੀ ਕਿ ਅਗਰ ਮੈਂ ਗਰੁੱਪ ਦੇ ਵਿੱਚ ਐਡ ਹੋਊਂਗੀ ਜਾਂ ਕਿਵੇਂ ਹੋਊਗਾ, ਕੁਝ ਵੀ ਇਹੋ ਜਿਹੀ ਗੱਲ ਨਹੀਂ ਹੈਗੀ। ਇੱਕ ਪ੍ਰਾਈਵੇਟ ਫੇਸਬੁੱਕ ਗਰੁੱਪ ਹੈਗਾ ਜਿਸ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਮਦਰਸ ਮਿਲਣਗੀਆਂ, ਬੋਥ ਪੇਰੈਂਟਸ, ਡਿਫਰੈਂਟ ਪ੍ਰੋਫੈਸ਼ਨ ਬੈਕਗਰਾਉਂਡ ਤੋਂ ਤੁਹਾਨੂੰ ਲੋਕ ਇਸ ਬਿਜ਼ਨਸ ਦੇ ਵਿੱਚ ਮਿਲਣਗੇ, ਰਾਈਟ। ਸੋ ਘਬਰਾਉਣ ਵਾਲੀ ਗੱਲ ਤਾਂ ਹੈ ਹੀ ਨਹੀਂ ਕਿ ਕਿਉਂ ਮੈਂ ਬਿਜ਼ਨਸ ਦੇ ਵਿੱਚ ਅਗਰ ਆਪਣੀ ਪ੍ਰੋਫਾਈਲ ਹੈਗੀ ਹੈ ਸੋਸ਼ਲ ਮੀਡੀਆ ਤੇ ਤੈਨ ਹਿਚਕਚਾਹਟ ਕਿਸ ਗੱਲ ਦੀ, ਰਾਈਟ, ਕਿ ਇੱਕ ਗਰੁੱਪ ਦੇ ਵਿੱਚ ਐਡ ਹੋਣ ਲਈ। ਉਹ ਗਰੁੱਪ ਪ੍ਰਾਈਵੇਟ ਫੇਸਬੁੱਕ ਗਰੁੱਪ ਆ ਜੋ ਇੱਕ ਬਿਜ਼ਨਸ ਕਮਿਊਨਿਟੀ ਹੈਗੀ ਆ, ਕੋਈ ਇਦਾਂ ਦਾ ਕੋਈ ਵਰਗੂਲਰ ਗਰੁੱਪ ਨਹੀਂ ਹੈਗਾ, ਰਾਈਟ। ਕੁਝ ਅਜਿਹਾ ਨਹੀਂ ਹੈਗਾ ਕਿ ਤੁਹਾਨੂੰ ਪਤਾ ਨਹੀਂ ਕਿੱਦਾਂ ਦੀਆਂ ਵੀਡੀਓਜ਼ ਵਾਚ ਕਰਨ ਨੂੰ ਮਿਲਣਗੀਆਂ। ਇਹ ਸਭ ਬਿਜ਼ਨਸ ਕਮਿਊਨਿਟੀ ਗਰੁੱਪ, ਰਾਈਟ, ਜਿਸ ਦੇ ਵਿੱਚ ਤੁਹਾਨੂੰ ਬਿਜ਼ਨਸ ਨਾਲ ਰਿਲੇਟਡ ਹੀ ਇਨਫੋਰਮੇਸ਼ਨ ਮਿਲੇਗੀ ਕਿ ਵੈਬੀਨਾਰ ਨੂੰ ਵਾਚ ਕਰਨਾ ਕਿਉਂ ਜ਼ਰੂਰੀ ਹੈ, ਜਾਂ ਮੇਰੀ ਔਰ ਮਨਜਿੰਦਰ ਦੀ ਲਾਈਫ ਕਿਸ ਤਰ੍ਹਾਂ ਚੇਂਜ ਹੋਈ ਇਸ ਬਿਜ਼ਨਸ ਦੇ ਵਿੱਚ ਆਉਣ ਦੇ ਨਾਲ, ਜਾਂ ਜੋ ਸਾਡੀ ਅਰਨਿੰਗ ਪੋਟੈਂਸ਼ੀਅਲ ਹੈਗੀ ਆ ਉਹ ਕਿਸ ਤਰ੍ਹਾਂ ਹੈਗੀ ਹੈ, ਰਾਈਟ। ਕਿਉਂਕਿ ਅਸੀਂ ਹਰ ਜਗ੍ਹਾ ਸੋਸ਼ਲ ਮੀਡੀਆ ਦੇ ਉੱਤੇ ਅਰਨਿੰਗ ਨਾਲ ਰਿਲੇਟਡ ਪੋਸਟ ਨਹੀਂ ਪਾ ਸਕਦੇ, ਕਿਉਂਕਿ ਸਾਨੂੰ ਵੀ ਸੋਸ਼ਲ ਮੀਡੀਆ ਦੇ ਜੋ ਟਰਮਸ ਐਂਡ ਕੰਡੀਸ਼ਨਸ ਨੇ ਉਹਨਾਂ ਨੂੰ ਫੋਲੋ ਕਰਨਾ ਪੈਂਦਾ, ਰਾਈਟ। ਸੋ ਇਸੇ ਕਰਕੇ ਅਸੀਂ ਇੱਕ ਪ੍ਰਾਈਵੇਟ ਗਰੁੱਪ ਬਣਾਇਆ ਹੋਇਆ ਤਾਂ ਕਿ ਤੁਸੀਂ ਉਸ ਗਰੁੱਪ ਨੂੰ ਦੇਖ ਸਕੋ ਐਂਡ ਉੱਥੋਂ ਜਾਣਕਾਰੀ ਲੈ ਸਕੋ ਕਿ ਬਿਜ਼ਨਸ ਦੇ ਵਿੱਚ ਅੱਗੇ ਤੁਸੀਂ ਕਿਸ ਤਰ੍ਹਾਂ ਆ ਸਕਦੇ ਹੋ, ਐਂਡ ਤੁਹਾਡੇ ਵਰਗੇ ਹੀ ਲੋਕ ਨੇ ਜੋ ਇਸ ਬਿਜ਼ਨਸ ਦੀ ਕਮਿਊਨਿਟੀ ਦੇ ਵਿੱਚ ਹੈਗੇ ਆ, ਰਾਈਟ। ਔਰ ਇੱਕ ਹੋਰ ਚੀਜ਼ ਆ ਵੀ ਜਦੋਂ ਮਤਲਬ ਰਜਿਸਟ੍ਰੇਸ਼ਨ ਕਰਵਾ ਦਿੰਦੇ ਆ, ਦੈਨ 149 ਬਾਰੇ ਲੋਕਾਂ ਨੂੰ ਕਨਫਿਊਜ਼ਨ ਹੈਗੀ ਆ। ਜਿਹੜੀ ਆਪਾਂ ਐਂਟਰੀ ਫੀਸ ਲੈਂਦੇ ਆ, ਆਪਾਂ ਲੋਕ ਕਹਿੰਦੇ ਆ ਕਿ ਤੁਸੀਂ ਐਂਟਰੀ ਫੀਸ 149 ਪੇ ਕਰੋ, ਉਹ ਤੁਹਾਡੀ ਐਂਟਰੀ ਫੀਸ ਆ, ਉਹਦੇ ਥਰੂ ਤੁਸੀਂ ਜਿਹੜਾ ਕੋਚਿੰਗ ਦਾ ਪੈਕੇਜ ਆ ਉਹ ਤੁਹਾਨੂੰ ਮਿਲਦਾ ਆ। ਸੋ ਉਹਦੇ ਬਾਰੇ ਵੀ ਕਨਫਿਊਜ਼ਨ ਹੈਗੀ ਲੋਕਾਂ ਨੂੰ ਕਿ ਇਹ ਇਨਵੈਸਟਮੈਂਟ ਹੈਗੀ ਆ। ਇਨਵੈਸਟਮੈਂਟ, ਹਾਂਜੀ। ਆਈ ਨੋ, ਇਹ ਅਸੀਂ ਲਾਸਟ ਆਪਣੀ ਸੀਰੀਜ਼ ਦੇ ਵਿੱਚ ਵੀ ਡਿਸਕਸ਼ਨ ਕੀਤੀ ਸੀ ਮੈਂ ਤੇ ਮਨਪ੍ਰੀਤ ਨੇ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਦਾਂ ਹੀ ਲੱਗਦਾ ਕਿ 149 ਪੇ ਕਰਨਾ ਮੇਰਾ ਬਿਜ਼ਨਸ ਸ਼ੁਰੂ ਹੋ ਜਾਏਗਾ, ਰਾਈਟ। ਨਹੀਂ, ਜਿਹੜਾ 149 ਹੈਗਾ ਇਹ ਸਿਰਫ ਇੱਕ ਇਨਫੋਰਮੇਸ਼ਨ ਪੈਕੇਜ ਹੈਗਾ, ਰਾਈਟ, ਜਿਸ ਦੇ ਵਿੱਚ ਤੁਹਾਡੇ ਕੋਲ 30 ਡੇਜ਼ ਦਾ ਟਾਈਮ ਪੀਰੀਅਡ ਹੁੰਦਾ ਟੂ ਐਕਸਪਲੋਰ ਦਾ ਬਿਜ਼ਨਸ ਸਿਸਟਮ, ਤਾਂ ਕਿ ਤੁਸੀਂ ਇੱਕ ਤਾਂ ਸਾਰੇ ਤੁਹਾਡੇ ਕੋਲ ਜੋ 3 to 4 ਆਵਰ ਦੀਆਂ ਵੀਡੀਓਜ਼ ਆਉਂਦੀਆਂ ਨੇ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਸਕੋ ਇਨ ਦ ਡੀਟੇਲ ਕਿ ਕਿਸ ਤਰ੍ਹਾਂ ਤੁਹਾਡੀ ਅਰਨਿੰਗ ਹੋਏਗੀ, ਰਾਈਟ, ਕਿ ਕੀ ਤੁਹਾਡਾ ਪਾਰਟ ਹੈਗਾ ਬਿਜ਼ਨਸ ਦੇ ਵਿੱਚ, ਕੀ ਚੀਜ਼ ਤੁਹਾਨੂੰ ਮਿਲੇਗੀ, ਕਿੱਦਾਂ ਦੇ ਟੂਲਸ ਤੁਹਾਨੂੰ ਮਿਲਣਗੇ, ਐਂਡ ਤੁਸੀਂ ਸਾਡੀ ਬਿਜ਼ਨਸ ਕਮਿਊਨਿਟੀ ਨੂੰ ਐਕਸਪਲੋਰ ਕਰ ਸਕੋ, ਰਾਈਟ। ਉਹ ਚੀਜ਼ਾਂ ਸਾਰਾ ਕੁਝ ਦੇਖਣ ਤੋਂ ਬਾਅਦ ਦੈਨ ਯੂ ਟੇਕ ਦ ਨੈਕਸਟ ਸਟੈਪ, ਦੈਨ ਦੇयर ਇਜ਼ ਅ ਇਨਵੈਸਟਮੈਂਟ। ਕਿਉਂਕਿ ਐਜ਼ ਵੀ ਨੋ ਕਿ ਕਿਸੇ ਵੀ ਬਿਜ਼ਨਸ ਨੂੰ ਸ਼ੁਰੂ ਕਰਨ ਲਈ ਇਨੀਸ਼ੀਅਲ ਇਨਵੈਸਟਮੈਂਟ ਹੁੰਦੀ ਆ, ਅਗਰ ਉਹ ਰਜਿਸਟਰ ਬਿਜ਼ਨਸ ਪਲੇਟਫਾਰਮ ਹੈਗਾ, ਰਾਈਟ। ਅਗਰ ਮੈਂ ਤੁਹਾਨੂੰ ਕਹੂੰਗੀ ਕਿ ਬਿਜ਼ਨਸ ਪਲੇਟਫਾਰਮ ਫ੍ਰੀ ਦੇ ਵਿੱਚ ਤੁਹਾਨੂੰ ਇੱਕ a good time ਦੀ ਰੈਵਨਿਊ ਤੁਹਾਨੂੰ ਮਿਲ ਰਹੀ ਹੈ, ਦੈਨ ਇਟਸ ਟੋਟਲੀ ਸਕੈਮ। ਕਿਉਂਕਿ ਕੁਝ ਵੀ ਇਸ ਕੰਟਰੀ ਦੇ ਵਿੱਚ ਕਦੇ ਵੀ ਤੁਹਾਨੂੰ ਫ੍ਰੀ ਨਹੀਂ ਮਿਲਦਾ ਹੈਗਾ, ਐਂਡ ਜੋ ਤੁਹਾਡੀ ਬਿਜ਼ਨਸ ਦਾ ਲਾਇਸੈਂਸ ਹੈਗਾ ਜੋ ਰੈਵਨਿਊ ਦੇ ਨਾਲ ਰਜਿਸਟਰ ਹੋ ਕੇ ਆਉਂਦਾ, ਰਾਈਟ। ਸੋ ਉਸ ਦੇ ਵਿੱਚ ਤੁਹਾਨੂੰ ਵਰੀ ਕਰਨ ਦੀ ਲੋੜ ਹੀ ਨਹੀਂ ਹੈਗੀ ਕਿ ਮੈਂ ਅੱਗੇ ਬਿਜ਼ਨਸ ਦੇ ਵਿੱਚ ਕਿਸ ਤਰ੍ਹਾਂ ਵਧੂੰਗੀ ਐਂਡ ਕਿਸ ਤਰ੍ਹਾਂ ਮੈਂ ਉਸ ਬਿਜ਼ਨਸ ਦੇ ਵਿੱਚ ਅੱਗੇ ਜਾ ਸਕਦੀ ਹਾਂ, ਰਾਈਟ। ਸੌਰੀ, ਥੋੜੀ ਮੇਰੀ ਸਿਹਤ ਥੋੜੀ ਸੋ 149 ਦੀ ਜਿਹੜੀ ਸਟੈਪ ਹੈਗੀ ਆ ਉਹ 30 ਡੇਜ਼ ਦੀ ਰਿਫੰਡੇਬਲ ਅਮਾਊਂਟ ਹੈਗੀ ਆ। ਸੋ ਤੁਸੀਂ ਆਪਣੀ ਉਹ ਰਿਫੰਡੇਬਲ ਅਮਾਊਂਟ ਪੇ ਕਰੋ 30 ਡੇਜ਼ ਦੇ ਵਿੱਚ, ਬਿਜ਼ਨਸ ਦੇ ਸਿਸਟਮ ਨੂੰ ਐਕਸਪਲੋਰ ਕਰੋ। ਆਫਟਰ ਦੈਟ ਅਗਰ ਤੁਹਾਨੂੰ ਲੱਗਦਾ ਹੈ ਕਿ ਮੈਂ ਅੱਗੇ ਬਿਜ਼ਨਸ 'ਚ ਸਟੈਪ ਲੈਣੀ ਆ, ਦੈਨ ਯੂ ਕੈਨ ਗੋ ਹੈਡ, ਅਦਰਵਾਈਜ਼ ਯੂ ਰਿਫੰਡ ਯੂਰ 149। ਤੁਹਾਡੇ 149 ਤੁਹਾਡੇ ਕੋਲ ਰਿਫੰਡ ਹੋ ਜਾਣਗੇ, ਨਾਟ ਟੂ ਵਰੀ, ਰਾਈਟ। ਕਿਉਂਕਿ ਇਹ ਸਟੈਪ ਇਸੇ ਲਈ ਰੱਖੀ ਹੋਈ ਆ,
because before you coming into the business, we wanted to know how serious you are. ਰਾਈਟ ਅਗਰ ਅੱਜ ਤੁਸੀਂ 149 ਪੇ ਕਰਨ ਤੋਂ ਹਿਚਕਚਾ ਰਹੇ ਹੋ ਤਾਂ ਅੱਗੇ ਤੁਸੀਂ ਬਿਜ਼ਨਸ ਦੇ ਵਿੱਚ ਜੋ ਐਜ਼ ਵੀ ਨੋ ਕਿ ਕਿਸੇ ਵੀ ਬਿਜ਼ਨਸ ਨੂੰ ਸ਼ੁਰੂ ਕਰਨ ਲਈ देयर इज ਇਨਵੈਸਟਮੈਂਟ ਰਾਈਟ ਬਿਜ਼ਨਸ ਦੇ ਵਿੱਚ ਤੁਹਾਨੂੰ ਕੁਝ ਇਨਵੈਸਟ ਕਰਨਾ ਪੈਂਦਾ ਹਾਊ ਯੂ ਗੋਇੰ ਟੂ ਡੂ ਦੈਟ ਨੈਕਸਟ ਰਾਈਟ ਸੋ ਅਗਰ ਅੱਜ ਹੀ ਤੁਸੀਂ 149 ਦੀ ਸਟੈਪ ਲੈਣ ਤੋਂ ਹਿਚਕਚਾ ਰਹੇ ਹੋ ਤਾਂ ਅੱਗੇ ਤੁਸੀਂ ਬਿਜ਼ਨਸ ਦੇ ਵਿੱਚ ਕਦੇ ਵੀ ਤੁਸੀਂ ਜੋ ਯੂ نو ਟ੍ਰੇਨਿੰਗ ਹੈਗੀ ਹੈ ਯੂ ਨੈਵਰ ਗੋਇੰ ਟੂ ਸਪੈਂਡ ਦ ਟਾਈਮ ਔਨ ਇਟ ਬਿਕਾਜ਼ ਯੂ ਆਰ ਨਾਟ ਸੀਰੀਅਸ ਫॉर दैट ਰਾਈਟ ਔਰ ਤਦੇ ਕਰਕੇ ਰਜਿਸਟ੍ਰੇਸ਼ਨ ਥਰੂ ਅਸੀਂ ਇਹ ਦੇਖਦੇ ਹਾਂ ਕਿ ਕਿਹੜੇ ਕੈਪੇਬਲ ਹੈਗੇ ਇਸ ਬਿਜ਼ਨਸ ਨੂੰ ਕਰਨ ਦੇ ਔਰ ਉਸ ਪ੍ਰੋਸੀਜਰ ਥਰੂ ਉਹਨਾਂ ਨੂੰ ਨਿਕਲਣਾ ਹੀ ਪੈਂਦਾ ਹੈ ਤਾਂ ਹੀ ਉਹ ਇਸ ਬਿਜ਼ਨਸ ਨੂੰ ਵਰਕ ਕਰ ਸਕਦੇ ਆ ਔਰ ਇਹਦੇ ਵਿੱਚ ਮੈਂ ਤਾਂ ਹਰ ਵਾਰ ਇਹੀ ਕਹਿੰਦੀ ਹੁੰਦੀ ਕਿ ਡਰਨ ਦੀ ਕੋਈ ਲੋੜ ਨਹੀਂ ਗੀ ਜਿੰਨਾ ਤੁਸੀਂ ਸੋਚਦੇ ਹੋ ਉਨਾ ਸੋਚਣ ਦੀ ਵੀ ਨਹੀਂ ਲੋੜ ਰਜਿਸਟ੍ਰੇਸ਼ਨ ਫ੍ਰੀ ਆ 149 ਵੀ ਤੁਹਾਡੇ ਰਿਫੰਡੇਬਲ ਹੈਗੇ ਆ ਤੁਸੀਂ ਬਿਜ਼ਨਸ ਮਾਡਲ ਦੇਖੋ ਔਰ ਜੇ ਤੁਹਾਨੂੰ ਪਸੰਦ ਆਉਂਦਾ ਤੁਸੀਂ ਜੁਆਇਨ ਕਰੋ ਨਹੀਂ ਪਸੰਦ ਆਉਂਦਾ ਔਰ ਸੋਸ਼ਲ ਮੀਡੀਆ ਦੀ ਜਿਹੜੀ ਗੱਲ ਆ ਜੇ ਤੁਸੀਂ ਸੋਸ਼ਲ ਮੀਡੀਆ ਫੇਸਬੁੱਕ ਪ੍ਰਾਈਵੇਟ ਗਰੁੱਪ ਵਿੱਚ ਐਡ ਨਹੀਂ ਹੋ ਸਕਦੇ ਦੈਨ ਇਹ ਬਿਜ਼ਨਸ ਫਿਰ ਤੁਹਾਡੇ ਲਈ ਨਹੀਂ ਹੈਗਾ ਤੁਹਾਨੂੰ ਜੇ ਬਿਜ਼ਨਸ ਜੁਆਇਨ ਕਰਨਾ ਹੈ ਤਾਂ ਤੁਹਾਨੂੰ ਗਰੁੱਪ ਦਾ ਪਾਰਟ ਬਣਨਾ ਪੈਣਾ ਕਿਉਂਕਿ ਤੁਸੀਂ ਕਮਿਊਨਿਟੀ ਵਿੱਚ ਰਹਿ ਕੇ ਵਰਕ ਕਰਨਾ ਹੈ ਤੁਸੀਂ ਸਾਰਿਆਂ ਨਾਲ ਮਿਲ ਕੇ ਕੰਮ ਕਰਨਾ ਹੈ ਪੂਰੀ ਟੀਮ ਆ ਇੱਕ ਦੂਜੇ ਨਾਲ ਮਿਲ ਕੇ ਵਰਕ ਕਰਦੀ ਆ ਸੋ ਤੁਹਾਨੂੰ ਇਹਦੇ ਥਰੂ ਜੋ ਸਟੈਪ ਬਾਈ ਸਟੈਪ ਜਿਹੜਾ ਸਾਡਾ ਪ੍ਰੋਸੀਜਰ ਆ ਉਹਦੇ ਥਰੂ ਨਿਕਲਣਾ ਪੈਣਾ ਆ ਔਰ ਮਨਜਿੰਦਰ ਜੀ ਮੈਂ ਥੋੜਾ ਐਡ ਕਰੂੰਗੀ ਦੇਖੋ ਜਿਹੜੇ ਤਾਂ ਪਰਸਨ ਸੀਰੀਅਸ ਹੈਗੇ ਆ ਦੇ ਆਰ ਲੁਕਿੰਗ ਫॉर ਸਮਥਿੰਗ ਯੂ نو ਟੂ ਚੇਂਜ ਇਨਟੂ देयर ਲਾਈਫ ਦੇ ਵਾਂਟ ਟੂ ਡੂ ਸਮਥਿੰਗ ਦੇ ਨੋ that there is a process that need to follow ਅਗਰ ਤੁਸੀਂ ਯੂ نو ਯੂ ਆਰ ਜਸਟ ਲੁਕਿੰਗ ਫॉर ਕਿ ਯੂ نو ਜਸਟ ਲੈਟਸ ਸੀ ਇਨਫੋਰਮੇਸ਼ਨ ਲੈ ਲਈ ਉਸ ਤੋਂ ਬਾਅਦ ਦੇਖੀ ਅੱਗੇ ਕਰਨਾ ਜਾਂ ਨਹੀਂ ਕਰਨਾ ਹੈਗਾ ਯੂ ਆਰ ਨਾਟ ਸੀਰੀਅਸ ਫॉर ਸਮਥਿੰਗ then this business is not for you right ਕਿਉਂਕਿ ਇਹ ਬਿਜ਼ਨਸ ਦੇ ਵਿੱਚ ਆਲਰੇਡੀ ਸਟਾਰਟ ਕੀਤਾ ਸੀ ਨਾ ਜਦੋਂ ਮੈਂ ਵੀ ਸਟਾਰਟ ਕੀਤਾ ਸੀ ਕਿਉਂਕਿ ਮੈਨੂੰ ਸੀ ਮੈਂ ਕਰਨਾ ਆ ਮੈਂ ਕਿਸੇ ਨੂੰ ਪੁੱਛਿਆ ਨਹੀਂ ਕਿਸੇ ਨੂੰ ਮਤਲਬ ਸਲਾਹ ਨਹੀਂ ਲਈ ਮੈਂ ਬਸ ਰਜਿਸਟ੍ਰੇਸ਼ਨ ਕੀਤੀ ਔਰ ਮੈਨੂੰ ਸਟੈਪ ਬਾਈ ਸਟੈਪ ਉਹ ਇਨਫੋਰਮੇਸ਼ਨ ਮਿਲਦੀਆਂ ਗਈਆਂ ਸੋ ਮੈਨੂੰ ਕਿਸੇ ਨੂੰ ਪੁੱਛਣ ਦੀ ਵੀ ਨਹੀਂ ਲੋੜ ਪਈ ਵੀ ਮੈਂ ਕੀ ਕਰਨਾ ਹੈ ਕਿੱਦਾਂ ਕਰਨਾ ਹੈ 149 ਵੀ ਮੈਂ ਜਦੋਂ ਪੇ ਕੀਤਾ ਤਾਂ ਮੈਨੂੰ ਸਾਰੀ ਉਹ ਡਿਟੇਲ ਵਿੱਚ ਇਨਫੋਰਮੇਸ਼ਨ ਮਿਲ ਗਈ ਸੋ ਮੈਨੂੰ ਆਈ ਥਿੰਕ ਕਿਸੇ ਨੂੰ ਤੁਹਾਨੂੰ ਵੀ ਨਹੀਂ ਜਿਹੜੇ ਹੋਰ ਕਰਨਾ ਚਾਹੁੰਦੇ ਬਾਕੀ ਸੀਰੀਅਸ ਆ ਕਿਉਂਕਿ ਕਾਫੀ ਲੋਕੀ ਆ ਉਹ ਬਸ ਇਸ ਗੱਲ ਤੋਂ ਹੀ ਡਰਦੇ ਰਹਿ ਜਾਂਦੇ ਆ ਕਹਿੰਦੇ ਕਰਨਾ ਤਾਂ ਚਾਹੁੰਦੇ ਆ ਪਰ ਅਸੀਂ ਡਰਦੇ ਆ ਹਨਾ ਹਾਂਜੀ ਸੋ ਉਹ ਪ੍ਰੋਸੀਜਰ ਵਿੱਚੋਂ ਮੈਂ ਤਦੇ ਕਹਿੰਦੀ ਹੁੰਦੀ ਆ ਵੀ ਤੁਹਾਨੂੰ ਉਹ ਸਟੈਪ ਬਾਈ ਸਟੈਪ ਪ੍ਰੋਸੀਜਰ ਵਿੱਚੋਂ ਤੁਸੀਂ ਜਦੋਂ ਨਿਕਲਦੇ ਆ ਤੁਹਾਨੂੰ ਆਪਣੇ ਆਪ ਸਮਝ ਲੱਗਦੀ ਜਾਂਦੀ ਹੈ ਕਿ ਬਿਜ਼ਨਸ ਹੈ ਕੀ ਆ ਸੋ ਆਪਸ਼ਨ ਵੀ ਤੁਹਾਨੂੰ ਮਿਲਦਾ ਹੈ ਕਿ ਤੁਸੀਂ ਰਿਫੰਡ ਕਰਾ ਸਕਦੇ ਆ ਹਨਾ ਹਾਂਜੀ ਯਾ ਆਫ ਕੋਰਸ ਯੂ نو ਟੋਟਲੀ ਰਿਫੰਡੇਬਲ ਅਮਾਉਂਟ ਹੈਗੀ ਹੈ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਆਉਂਦੀ ਹੈ ਸਿਸਟਮ ਨੂੰ ਐਕਸਪਲੋਰ ਕਰਨ ਦੀ ਜਾਣਨ ਦੀ ਐਂਡ 30 ਦਿਨ ਦਾ ਟਾਈਮ ਪੀਰੀਅਡ ਬਹੁਤ ਹੁੰਦਾ ਹੈਗਾ ਆਪਣਾ ਮਾਈਂਡ ਸੈਟ ਬਣਾਉਣ ਦਾ ਕਿ ਯੂ نو ਦਿਸ ਇਜ਼ ਦ ਬਿਜ਼ਨਸ ਪਲੇਟਫਾਰਮ ਮੈਂ ਅੱਗੇ ਜਾਣਾ ਹੈਗਾ ਜਾਂ ਨਹੀਂ ਅਦਰਵਾਈਜ਼ ਕਿਤੇ ਵੀ ਤੁਸੀਂ ਚਲੇ ਜਾਓ ਯੂ نو ਤੁਹਾਨੂੰ ਕਦੇ ਵੀ ਤੁਹਾਡੀ ਮਨੀ ਰਿਫੰਡ ਨਹੀਂ ਮਿਲਦੀ ਹੈਗੀ ਪਰ ਇਸ ਬਿਜ਼ਨਸ ਦੇ ਵਿੱਚ ਤੁਹਾਨੂੰ ਇਹ ਵੀ ਹੈ ਕਿ you know there's an option ਕਿ ਅੱਗੇ ਤੁਸੀਂ ਜਾਣਾ ਚਾਹੁੰਦੇ ਹੋ then you know keep your 149 otherwise ਤੁਹਾਡੇ ਮਨੀ ਰਿਫੰਡ ਹੋ ਜਾਂਦੀ ਹੈ so that's the really great option ਕਿ ਬਿਜ਼ਨਸ ਦੇ ਪਲੇਟਫਾਰਮ ਨੂੰ ਜਾਣਨ ਤੋਂ ਪਹਿਲਾਂ ਤੇ ਲਾਈਕ ਅੱਗੇ ਜਾਣ ਤੋਂ ਪਹਿਲਾਂ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਟੂ ਰਿਫੰਡ ਯੂਰ ਮਨੀ ਰਾਈਟ ਸੋ ਤੁਹਾਨੂੰ ਇਨਫੋਰਮੇਸ਼ਨ ਵੀ ਮਿਲਦੀ ਹੈ ਐਂਡ ਤੁਹਾਡੀ ਮਨੀ ਜੋ ਰਿਫੰਡੇਬਲ ਵੀ ਹੁੰਦੀ ਹੈ ਰਾਈਟ ਸੋ ਡਰ ਦੇ ਬਾਰੇ ਅਗਰ ਮੈਂ ਥੋੜਾ ਕਹਾਂ ਯੂ نو ਡਰ ਹਰ ਇੱਕ ਚੀਜ਼ ਲਈ ਹੈ ਜਿੰਨਾ ਟਾਈਮ ਤੁਸੀਂ ਕਿਸੇ ਚੀਜ਼ ਦੇ ਵਿੱਚ ਐਂਟਰ ਨਹੀਂ ਹੁੰਦੇ ਹੈਗੇ ਜਿੰਨਾ ਟਾਈਮ ਤੁਸੀਂ ਉਸ ਸਿਸਟਮ ਨੂੰ ਖੁਦ ਆਪਣੇ ਬੇਸ ਤੇ ਸਰਚ ਨਹੀਂ ਕਰਦੇ ਹੈਗੇ ਰਾਈਟ ਮੈਂ ਜਾਂ ਤੁਸੀਂ ਜੋ ਮਰਜ਼ੀ ਕਹੀ ਚੱਲੀਏ ਇਟਸ ਨਾਟ ਗੋਣਾ ਵਰਕ ਫॉर ਯੂ ਤੁਹਾਡਾ ਖੁਦ ਦਾ ਹੋਣਾ ਚਾਹੀਦਾ ਯੂ نو ਤੁਹਾਡਾ ਇੱਕ ਮਾਈਂਡ ਸੈਟ ਹੋਣਾ ਚਾਹੀਦਾ ਕਿ ਮੈਂ ਆਪਣੇ ਲਈ ਕੁਝ ਕਰਨਾ ਹੈਗਾ ਐਂਡ ਮੈਂ ਕਿੰਨਾ ਇਸ ਨੂੰ ਡੀਪ ਕਰਨਾ ਹੈਗਾ ਐਂਡ ਕਿੰਨਾ ਮੈਂ ਇਸ ਨੂੰ ਅੱਗੇ ਜਾ ਕੇ ਐਕਸਪਲੋਰ ਕਰਨਾ ਹੈਗਾ ਰਾਈਟ ਵੈਸੇ ਵੀ ਅਸੀਂ ਦੂਸਰਿਆਂ ਲਈ ਡਿਸੀਜ਼ਨ ਨਹੀਂ ਲੈ ਸਕਦੇ ਅਸੀਂ ਆਪਣੇ ਲਈ ਆਪ ਜੇ ਡਿਸੀਜ਼ਨ ਲਈਏ ਤਾਂ ਉਹ ਬੈਸਟ ਡਿਸੀਜ਼ਨ ਹੁੰਦਾ ਹੈ ਜੇ ਕੋਈ ਸਾਨੂੰ ਕਹੇ ਕਿ ਹਾਂ ਵੀ ਇਦਾਂ ਆ ਉਹ ਸਾਡਾ ਬੈਸਟ ਡਿਸੀਜ਼ਨ ਨਹੀਂ ਹੋਊਗਾ ਸਾਡੇ ਲਈ ਹੈ ਨਾ ਪਰਸਨਲੀ ਬਟ ਜੇ ਅਸੀਂ ਆਪ ਆਪਣੇ ਲਈ ਡਿਸਾਈਡ ਕਰੀਏ ਕਿ ਇਹ ਚੀਜ਼ ਮੇਰੇ ਲਈ ਵਾਕਈ ਬਣੀ ਹੋਈ ਆ ਮੈਂ ਇਹ ਕਰ ਸਕਦਾ ਆ ਜਾਂ ਮੈਂ ਕਰਨਾ ਚਾਹੁੰਦਾ ਆ ਦੈਨ ਉਹ ਬਿਜ਼ਨਸ ਵਿੱਚ ਉਹਨੂੰ ਅੱਗੇ ਲੈ ਕੇ ਜਾ ਸਕਦਾ ਹੈ ਅਦਰਵਾਈਜ਼ ਮੁਸ਼ਕਿਲ ਹੋ ਜਾਂਦਾ ਆ ਹਾਂਜੀ ਟੋਟਲੀ ਐਗਰੀ ਤੇ ਇੱਕ ਚੀਜ਼ ਹੋ ਰਿਹਾ ਕਿ ਜਿੱਦਾਂ ਕਾਫੀ ਲੋਕੀ ਏਦਾਂ ਸੋਚਦੇ ਆ ਕਿ ਇਹ ਸ਼ਾਇਦ ਬਿਜ਼ਨਸ ਮੰਥਲੀ ਜਿਹੜੀ ਜੌਬ ਦੀ ਤਰ੍ਹਾਂ ਇਹਦੀ ਅਰਨਿੰਗ ਆਉਂਦੀ ਆ ਉਹ ਵੀ ਥੋੜਾ ਕਲੀਅਰ ਕਰ ਦਿਓ ਹਾਂਜੀ ਦੇਖੋ ਇਹ ਜਿਹੜਾ ਬਿਜ਼ਨਸ ਹੈਗਾ ਇਟਸ ਨਾਟ ਅ ਕੁਇਕ ਰਿਚ ਸਕੀਮ ਇਹ ਨਹੀਂ ਹੈਗਾ ਅਗਰ ਤੁਸੀਂ ਯੂ نو ਜੌਬ ਲੱਭ ਰਹੇ ਹੋ ਇਟਸ ਅ ਪਿਓਰ ਬਿਜ਼ਨਸ ਸੋ ਜੌਬ ਤੇ ਬਿਜ਼ਨਸ ਦੇ ਵਿੱਚ ਦੇਰ ਇਜ਼ ਅ ਡਿਫਰੈਂਸ ਰਾਈਟ ਅ ਜੌਬ ਦੇ ਵਿੱਚ ਤੁਸੀਂ ਜਿੰਨੇ ਵੀ ਘੰਟੇ ਤੁਸੀਂ ਕੰਮ ਕਰੋਗੇ ਯੂ ਗੋਣਾ ਗੈਟ ਦ ਅਰਨਿੰਗ ਫॉर दैट ਰਾਈਟ ਪਰ ਉਸ ਇੱਕ ਸੈਟ ਅਮਾਉਂਟ ਅਰਨਿੰਗ ਰਹੇਗੀ ਰਾਈਟ
ਅੱਜ ਤੁਹਾਨੂੰ $18 $20 ਤੋਂ ਸ਼ੁਰੂ ਹੋਈ ਹੈ, no matter what 10-20 years ਤੁਸੀਂ ਕੰਮ ਕਰੋਗੇ, ਤੁਹਾਡੀ ਅਰਨਿੰਗ ਸੈੱਟ ਰਹਿਣੀ ਹੈ। ਯੂ ਨੋ ਕਿ ਮੈਂ ਇੰਨੇ ਘੰਟੇ ਕੰਮ ਕਰਨਾ, ਮੈਨੂੰ ਇੰਨੇ ਘੰਟੇ ਦੀ ਮਨੀ ਮਿਲਣੀ ਹੈ। ਜਿਸ ਦਿਨ ਮੈਂ ਨਹੀਂ ਕੰਮ ਤੇ ਜਾਊਂਗੀ, ਮੇਰੇ ਅਰਨਿੰਗ ਸਟਾਪ ਆ, ਰਾਈਟ। ਜਿਹੜਾ ਬਿਜ਼ਨਸ ਹੈਗਾ ਉਸ ਦੇ ਵਿੱਚ ਕੀ ਹੈਗਾ, ਉਸ ਦੇ ਵਿੱਚ ਜਿਹੜੀ ਅਰਨਿੰਗ ਹੈਗੀ is depend on your efforts, right? ਤੁਹਾਡੇ ਖੁਦ ਦੇ efforts ਉੱਤੇ depend ਹੈਗੀ ਆ। you want to earn $500, you want to earn $5,000, right? So in the beginning, ਜੋ ਤੁਸੀਂ ਬਿਜ਼ਨਸ ਸ਼ੁਰੂ ਕਰਦੇ ਹੋ, it's not that you're gonna get the monthly earning, because ਇਸ ਦੇ ਵਿੱਚ ਜਿੰਨਾ ਤੁਸੀਂ ਐਫਰਟ ਪਾਓਗੇ ਉਸ ਹਿਸਾਬ ਨਾਲ ਤੁਹਾਡੀ ਅਰਨਿੰਗ ਹੋਏਗੀ, ਰਾਈਟ। ਪਰ ਅੱਗੇ ਜਾ ਕੇ देयर इज ਤੁਸੀਂ ਜੋ ਸਰਟਨ ਲੈਵਲਸ ਨੂੰ ਅਚੀਵ ਕਰਦੇ ਹੋ, ਦੈਨ ਫॉर ਸ਼ੋਰ ਤੁਹਾਨੂੰ ਕੰਪਨੀ ਵੱਲੋਂ ਕੰਪਨਸੇਸ਼ਨ ਪਲਾਨ ਮਿਲਦਾ ਹੈਗਾ, ਤੁਹਾਨੂੰ ਕੰਪਨੀ ਵੱਲੋਂ ਇੱਕ अर्ਲੀ ਰਿਟਾਇਰਮੈਂਟ ਮਿਲਦੀ ਹੈਗੀ ਇਸ ਬਿਜ਼ਨਸ ਦੇ ਵਿੱਚ, ਰਾਈਟ। ਐਂਡ ਤੁਹਾਡੀ ਮੰਥਲੀ ਅਰਨਿੰਗ ਸੈੱਟ ਹੋ ਜਾਂਦੀ ਹੈ, ਬਟ ਇਟਸ ਟੇਕ ਟਾਈਮ, ਰਾਈਟ। ਇਹਦੇ ਵਿੱਚ ਪੈਸਿਵ ਇਨਕਮ ਵੀ ਹੈਗੀ ਹੈ ਬਿਜ਼ਨਸ ਦੇ ਵਿੱਚ, ਰਾਈਟ। ਕੋਈ ਇਦਾਂ ਦਾ ਨਹੀਂ ਕਿ ਅਗਰ ਮੈਂ ਅੱਜ ਕਿਉਂਕਿ ਐਜ਼ ਵੀ ਨੋ ਕਿ we work in the business with the network, right? We build a network to work into this business, right? ਪਰ ਉਹਦੇ ਵਿੱਚ ਤੁਸੀਂ ਕੋਈ ਐਫਰਟ ਨਹੀਂ ਕਰਨਾ, ਸਾਰਾ ਕੁਝ ਤੁਹਾਡੇ ਲਈ ਇੱਕ ਆਟੋਮੇਟਡ ਸਿਸਟਮ ਹੈਗਾ ਜੋ ਸਾਰਾ ਵਰਕ ਤੁਹਾਡੇ ਲਈ ਕਰਦਾ। ਘਬਰਾਉਣ ਦੀ ਵਾਲੀ ਕੋਈ ਗੱਲ ਨਹੀਂ ਹੈਗੀ, ਰਾਈਟ, ਕਿ ਮੈਂ ਕਿਸ ਤਰ੍ਹਾਂ ਕਰੂੰਗਾ, ਕੀ ਕਰੂੰਗਾ। ਕੋਈ ਤੁਹਾਨੂੰ ਵਾਰਮ ਮਾਰਕੀਟ ਨਹੀਂ ਚਾਹੀਦੀ ਇਸ ਬਿਜ਼ਨਸ ਦੇ ਵਿੱਚ ਆਉਣ ਲਈ, ਕੋਈ ਤੁਹਾਨੂੰ ਫੈਮਿਲੀ ਫਰੈਂਡਸ ਨੂੰ ਬਗ ਕਰਨ ਦੀ ਲੋੜ ਨਹੀਂ ਹੈਗੀ, ਰਾਈਟ। ਤੁਸੀਂ ਸਿਰਫ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੂੰ ਯੂਜ਼ ਕਰਨਾ, ਉਸ ਦੇ ਉੱਤੇ ਆਪਾਂ ਮਾਰਕੀਟਿੰਗ ਕਰਦੇ ਹਾਂ, ਉਸ ਦੇ ਉੱਤੇ ਹੀ ਆਪਾਂ ਇਸ ਬਿਜ਼ਨਸ ਨੂੰ ਪ੍ਰਮੋਟ ਕਰਦੇ ਹੈਗੇ। ਹਾਂਜੀ, ਜਿੱਦਾਂ ਤੁਸੀਂ ਵਰਕ ਕਰਦੇ ਜਾਂਦੇ ਆ, ਸਮਝਦੇ ਜਾਂਦੇ ਆ, ਤੁਹਾਨੂੰ ਪਤਾ ਲੱਗਦਾ ਜਾਂਦਾ ਵੀ ਤੁਸੀਂ ਕਿੱਦਾਂ ਆਪਣੇ ਬਿਜ਼ਨਸ ਤੇ ਵਰਕ ਕਰਨਾ ਹੈ। Yeah. ਬਟ ਮੈਂ ਇੱਕ ਹੋਰ ਵੀ ਕਹੂੰਗੀ ਕਿ ਇਹ ਵੀ ਨਾ ਸੋਚਣ ਕਿ ਕੁਛ ਵੀ ਨਹੀਂ ਕਰਨਾ ਪੈਣਾ, ਤੁਹਾਨੂੰ ਇਹਦੇ ਵਿੱਚ ਆਪਣਾ ਪੂਰਾ ਡੈਡੀਕੇਸ਼ਨ ਦੇਣਾ ਪੈਣਾ ਹੈ, ਐਫਰਟ ਦੇਣਾ ਪੈਣਾ ਆ। ਸੋ ਤਾਂ ਹੀ ਤੁਸੀਂ ਕੋਈ ਵੀ ਕੰਮ ਆ ਉਹਦੇ ਵਿੱਚ ਤੁਹਾਨੂੰ ਐਫਰਟ ਦੇਣਾ ਪੈਂਦਾ ਆ। ਬਟ ਇਹਦੇ ਵਿੱਚ ਸਾਡੇ ਤੁਹਾਨੂੰ ਇੰਨਾ ਜ਼ਿਆਦਾ ਐਫਰਟ ਨਹੀਂ ਪਰਸਨਲੀ ਦੇਣਾ ਪੈਂਦਾ ਹੈ, ਤੁਹਾਨੂੰ ਹੈਲਪ ਪ੍ਰੋਵਾਈਡ ਹੁੰਦੀ ਆ, ਤੁਹਾਨੂੰ ਮੈਂਟਰ ਕੋਚ ਇਸੇ ਲਈ ਮਿਲਦੇ ਆ, ਕਮਿਊਨਿਟੀ ਸਾਰੀ ਇਸੇ ਕਰਕੇ ਆ, ਇੱਕ ਦੂਜੇ ਦੀ ਹੈਲਪ ਕਰਦੇ ਆ। ਜਦੋਂ ਵੀ ਤੁਸੀਂ ਕਿਸੇ ਨੂੰ ਕਹਿੰਦੇ ਆ ਤੁਹਾਡੇ ਲਈ ਉਹ ਅੱਗੇ ਆਉਂਦਾ ਹੈ, ਤੁਹਾਡੀ ਮਦਦ ਕਰਦਾ ਆ। Yeah, all the steps are laid out, training ਇਸੇ ਚੀਜ਼ ਵਾਸਤੇ ਹੈ ਕਿ ਹਰ ਇੱਕ ਸਟੈਪ ਉਹਦੇ ਵਿੱਚ laid out ਕੀਤੀ ਗਈ ਹੈ। you know what is your next step and what you need to follow and ਅੱਗੇ ਕੀ ਕਰਨਾ ਹੈਗਾ, ਸਾਰਾ ਕੁਝ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਜੋ ਤੁਸੀਂ ਟ੍ਰੇਨਿੰਗ ਨੂੰ ਸਟੈਪ ਬਾय ਸਟੈਪ ਕਰਦੇ ਜਾਂਦੇ ਹੋ, ਤੁਹਾਨੂੰ ਆਪਣੇ ਆਪ ਪਤਾ ਹੁੰਦਾ ਕਿ ਮੈਂ ਨੈਕਸਟ ਆਹ ਸਟੈਪ ਲੈਣੀ ਹੈਗੀ ਹੈ, ਨਾਓ ਨੈਕਸਟ ਮੇਰੀ ਇਹ ਸਟੈਪ ਹੈਗੀ ਹੈ, ਨੈਕਸਟ ਮੇਰੀ ਇਹ ਸਟੈਪ ਹੈਗੀ ਹੈ। ਸੋ ਕਿਸੇ ਨੂੰ ਵੀ ਤੁਹਾਨੂੰ ਦੱਸਣਾ ਨਹੀਂ ਪੈਂਦਾ। ਬਾਕੀ ਟਾਈਮ ਟੂ ਟਾਈਮ ਜੋ ਤੁਹਾਡੇ ਮੈਂਟਰਸ ਨੇ, ਤੁਹਾਡੇ ਕੋਚਸ ਨੇ, ਦੇ ਸ਼ੇਅਰ देयर ਐਕਸਪੀਰੀਅੰਸ ਵਿਦ ਯੂ, ਕਿਉਂਕਿ ਆਪਾਂ ਇਸ ਚੀਜ਼ ਨੂੰ ਇਦਾਂ ਨਹੀਂ, ਆਪਾਂ ਇਹਨੂੰ ਇਦਾਂ ਕਰ ਲਈਏ, ਇਸ ਨੂੰ ਇਦਾਂ ਨਹੀਂ ਇਦਾਂ ਕਰ ਲਈਏ। ਸੋ ਯੂ ਗੈਟ ਦ ਹੈਲਪ, ਰਾਈਟ। ਕੋਈ ਇਦਾਂ ਘਬਰਾਉਣ ਦੀ ਗੱਲ ਨਹੀਂ ਹੈਗੀ, ਰਾਈਟ। ਪਰ ਟ੍ਰੇਨਿੰਗ ਤਾਂ ਬਹੁਤ ਹੀ ਈਜ਼ੀ ਹੈ, ਬਾਕੀ ਤੁਹਾਨੂੰ ਟਾਈਮ ਟੂ ਟਾਈਮ ਹੈਲਪ ਵੀ ਮਿਲਦੀ ਰਹਿੰਦੀ ਹੈ ਤੁਹਾਡੇ ਕੋਚਸ ਦੀ, ਤੁਹਾਡੇ ਮੈਂਟਰ ਦੀ। ਬਿਲਕੁਲ, ਤੁਸੀਂ ਇਕੱਲੇ ਨਹੀਂ ਹੁੰਦੇ, ਤੇ ਸਾਰੀ ਟੀਮ ਇੱਕ ਤਰ੍ਹਾਂ ਨਾਲ ਟੀਮ ਵਰਕ ਹੁੰਦਾ ਆ। ਸੋ ਥੈਂਕ ਯੂ ਰਮਨ ਸੋ ਮਚ। ਤੁਹਾਡੀ ਸਿਹਤ ਠੀਕ ਹੋਣੀ ਗਈ, ਫਿਰ ਵੀ ਤੁਸੀਂ ਹਾਂਜੀ, yeah, thank you very much ਕਿ ਤੁਸੀਂ ਵੀ ਆਪਣਾ ਟਾਈਮ ਪ੍ਰੋਵਾਈਡ ਕੀਤਾ। ਜਾਂ ਵੀ ਕੈਨ ਡਿਸਕਸ ਇਹ ਤਾਂ ਚਲੋ ਇੱਕ ਵੈਦਰ ਜਦੋਂ ਚੇਂਜ ਹੁੰਦਾ ਐਲਰਜੀਜ਼ ਵਗੈਰਾ ਚੱਲਦੀਆਂ ਰਹਿੰਦੀਆਂ ਨੇ, ਕਿਉਂਕਿ ਸਪੈਸ਼ਲੀ ਆਪਣੇ ਜਦੋਂ ਇੱਥੇ ਜਿਹੜੇ ਯੈਲੋ ਫਲਾਵਰਸ ਨੇ, ਰਾਈਟ, ਉਹ ਆਉਂਦੇ ਆ, ਬਹੁਤ ਸਾਰੇ ਲੋਕਾਂ ਨੂੰ ਮਾਰ ਪਾਉਂਦੇ ਆ, ਕਿਉਂਕਿ ਦੈਟਸ ਦ ਵੀਜ਼, ਰਾਈਟ। ਉਹਦੇ ਤੋਂ ਐਲਰਜੀਜ਼ ਹੋ ਜਾਂਦੀਆਂ ਨੇ। ਸੋ ਦੈਟਸ ਫਾਈਨ, ਉਹ ਤਾਂ ਪਾਰਟ ਹੈਗਾ, ਜੋ ਬਿਜ਼ਨਸ ਦਾ ਪਾਰਟ ਹੈਗਾ ਉਹ ਆਪਣਾ ਚੱਲਦਾ ਹੀ ਰਹਿਣਾ, ਰਾਈਟ। ਦੈਟਸ ਵਾਈ ਅਸੀਂ ਆਲਵੇਜ਼ ਕਹਿੰਦੇ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ ਕਿਸੇ ਵੀ ਕੰਮ ਨੂੰ ਕਰਨ ਲਈ, ਰਾਈਟ। ਅਗਰ ਹੁਣ ਆਪਾਂ ਜੌਬ ਤੇ ਜਾਵਾਂਗੇ ਤਾਂ ਦੀ ਸਾਨੂੰ ਅਰਨਿੰਗ ਹੋਏਗੀ। ਸੋ ਸੇਮ ਉਸੇ ਤਰ੍ਹਾਂ ਹੀ ਇਸ ਬਿਜ਼ਨਸ ਦੇ ਵਿੱਚ ਵੀ ਵੀ ਹੈਵ ਟੂ ਸ਼ੋ ਆਰ ਪ੍ਰੈਜ਼ੈਂਸ, ਰਾਈਟ। ਤਦ ਹੀ ਤੁਹਾਡਾ ਬਿਜ਼ਨਸ ਵਰਕ ਕਰਦਾ ਹੈਗਾ। ਤੁਹਾਨੂੰ ਜੋ ਆਪਣਾ ਪਾਰਟ ਹੈਗਾ ਉਸਨੂੰ ਐਜ਼ 100% ਕਰਨਾ ਪੈਂਦਾ ਹੈਗਾ ਬਿਜ਼ਨਸ ਦੇ ਵਿੱਚ ਅੱਗੇ ਵਧਣ ਲਈ। ਨਾਲ ਹੀ ਮੈਂ ਐਡ ਕਰ ਲਾਂ ਕਿ ਮੇਰੀ ਕੋਈ ਟੈਕਨੀਕਲ ਪ੍ਰੋਬਲਮ ਹੋਣ ਕਰਕੇ ਮੈਂ ਆਪਣੇ ਪੇਜ ਤੇ ਨਹੀਂ ਆ ਸਕੀ ਲਾਈਵ, ਸੌਰੀ। ਅੱਗੇ ਤੋਂ ਮੈਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੂੰਗੀ। ਸੋ ਥੈਂਕ ਯੂ ਸੋ ਮਚ ਰਮਨ। ਔਰ ਲਾਸਟ ਜਾਂਦੇ ਹੋਏ ਕੁਛ ਆਪਣੇ ਵੱਲੋਂ ਤੁਸੀਂ ਐਡ ਕਰਨਾ ਚਾਹੋ, ਆਪਣੇ ਵੱਲੋਂ ਕੁਛ ਮੈਸੇਜ ਦੇਣਾ ਚਾਹੋ ਜੋ ਤੁਹਾਨੂੰ ਲੱਗਦਾ ਹੈ ਕਿ ਜ਼ਰੂਰੀ ਆ। ਹਾਂਜੀ, ਸੋ ਮੇਰਾ ਮੈਸੇਜ ਦੇਖੋ ਸਾਰਿਆਂ ਨੂੰ ਇਹੀ ਹੁੰਦਾ ਕਿ ਫੀਅਰਸ ਨੂੰ ਇੱਕ ਪਾਸੇ ਰੱਖੋ, ਸਿਸਟਮ ਨੂੰ ਪਹਿਲਾਂ ਐਕਸਪਲੋਰ ਕਰੋ, ਠੀਕ ਹੈ। ਦੇਖੋ ਕਿ ਅਗਰ ਇੰਨੇ ਸਾਰੇ ਲੋਕ ਇਸ ਬਿਜ਼ਨਸ ਨੂੰ ਕਰ ਰਹੇ ਆ, ਦੈਨ ਦੇ ਗੈਟਿੰਗ ਦ ਰਿਜ਼ਲਟਸ, ਦੇयर ਇਜ਼ ਸਮਥਿੰਗ ਇਨਟੂ ਦਿਸ ਬਿਜ਼ਨਸ ਪਲੇਟਫਾਰਮ। ਉਹੀ ਇੱਕ ਪੁਰਾਣੇ ਮਾਈਂਡਸੈਟ ਤੋਂ ਥੋੜਾ ਬਾਹਰ ਨਿਕਲੋ, ਟਰਾਈ ਟੂ ਐਕਸਪਲੋਰ ਦ ਨਿਊ ਥਿੰਗਸ, ਟਰਾਈ ਕਰੋ, ਸਟੈਪਸ ਲਵੋ, ਰਾਈਟ। ਵੈਬੀਨਾਰ ਨੂੰ ਵਾਚ ਕਰੋ, ਨੈਕਸਟ 149 ਦੀ ਸਟੈਪ ਲਓ ਜੋ ਰਿਫੰਡੇਬਲ ਅਮਾਊਂਟ ਹੈਗੀ ਆ, ਰਾਈਟ, ਜਿਸ ਦੇ ਉੱਤੇ ਤੁਹਾਡਾ ਕੁਝ ਵੀ ਨਹੀਂ ਜਾਂਦਾ, ਤੁਹਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ। ਇੱਕ ਵਾਰੀ ਸਿਸਟਮ 'ਚ ਐਂਟਰ ਹੋ ਕੇ ਸਿਸਟਮ ਨੂੰ ਐਕਸਪਲੋਰ ਕਰਕੇ ਦੇਖੋ। ਆਫਟਰ ਦੈਟ ਦ ਮਾਈਂਡਸੈਟ ਇਜ਼ ਯੋਰਸ ਕਿ ਤੁਸੀਂ ਅੱਗੇ ਬਿਜ਼ਨਸ ਦੇ ਵਿੱਚ ਸਟੈਪ ਲੈਣੀ ਹੈ ਔਰ ਯੂ ਡੋਨਟ ਵਾਂਟ ਟੂ ਗੋ ਹੈਡ, ਰਾਈਟ। ਪਰ ਇੱਕ ਵਾਰੀ ਐਕਸਪਲੋਰ ਜ਼ਰੂਰ ਕਰੋ ਸਿਸਟਮ। ਬਿਲਕੁਲ। ਸੋ ਥੈਂਕ ਯੂ ਸੋ ਮਚ ਰਮਨ। ਤੁਸੀਂ ਇੰਨਾ ਬਿਜ਼ੀ ਵੀ ਹੈਗੇ ਆ ਕਿਉਂਕਿ ਤੁਸੀਂ ਇੱਕ ਲੈਵਲ ਅਚੀਵ ਕਰ ਚੁੱਕੇ ਆ, ਤੁਹਾਨੂੰ ਉਹਦੇ ਵਿੱਚ ਜ਼ਿਆਦਾ ਆਪਣੀ ਟੀਮ ਨੂੰ ਲੈ ਕੇ ਵਰਕ ਕਰਨਾ ਪੈਂਦਾ ਹੈ। ਸੋ ਥੈਂਕ ਯੂ ਸੋ ਮਚ
ਤੁਸੀਂ ਇੰਨੇ ਆਪਣੇ ਬਿਜ਼ੀ ਸਕੈਡਿਊਲ ਵਿੱਚੋਂ ਟਾਈਮ ਕੱਢਿਆ ਔਰ ਇੰਨੀ ਵਧੀਆ ਇਨਫੋਰਮੇਸ਼ਨ ਵਿਊਵਰਸ ਨੂੰ ਦਿੱਤੀ। ਸੋ ਥੈਂਕ ਯੂ ਸੋ ਮਚ। ਥੈਂਕ ਯੂ ਮਨਜਿੰਦਰ ਜੀ, ਥੈਂਕ ਯੂ ਵੈਰੀ ਮਚ। ਓਕੇ ਜੀ, ਬਾਏ ਬਾਏ।